ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰ ਬੰਦ ਉਬੈ ਕਰ ਬੰਦ ਗੁਰੂ। ਸੁਖ ਕੰਦ ਸਦਾ ਦੁਖ ਦੁੰਦ ਨਿਕੰਦੂ। ਅਰਬਿੰਦ ਪਦੰ ਮਨ ਹੋਹ ਮਲਿੰਦ। ਜੋ ਮੋਹ ਕਮੂਲ ਬਿਨਾਸ਼ ਬਿਲੰਦੂ। ਕਰ ਬੰਦ ਉਬੈ ਕਰ ਬੰਦ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਪਵਿੱਤਰ ਸਤਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਜਗਤ ਗੁਰੂ ਜੀ ਸੱਚੇ ਪਾਤਸ਼ਾਹ ਮੱਝਾਂ ਚਾਰਦਿਆਂ ਜਦੋਂ ਮੱਝਾਂ ਨੇ ਕਿਸਾਨ ਦਾ ਖੇਤ ਉਜਾੜ ਦਿੱਤਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਬਹੁਤ ਸਮੇਂ ਉਹ ਕਿਸਾਨ ਜਿਹੜਾ ਸੀ ਕ੍ਰੋਧਿਤ ਹੋਇਆ। ਸੱਚੇ ਪਾਤਸ਼ਾਹ ਜੀ ਦੀਆਂ ਮੱਝਾਂ ਤੇ ਗਾਵਾਂ ਨੂੰ ਉਸਨੇ ਹਿੱਕ ਕੇ ਰਾਏ ਬੁਲਾਰ ਜੀ ਤੱਕ ਲੈ ਗਿਆ। ਤਦੋਂ
ਰਾਏ ਬੁਲਾਰ ਜੀ ਕੋਲ ਜਾ ਕਰਕੇ ਪੁਕਾਰ ਕੀਤੀ। ਰਾਏ ਬੁਲਾਰ ਜੀ ਨੇ ਵੀ ਤੇ ਸਮੇਂ ਗੁੱਸੇ ਵਿੱਚ ਆ ਕਰਕੇ ਬਾਬਾ ਕਾਲੂ ਜੀ ਨੂੰ ਬੁਲਾਇਆ, ਕਿਹਾ ਕਿ ਤੇਰੇ ਪੁੱਤਰ ਨੇ ਸਾਰੇ ਖੇਤ ਉਜਾੜ ਦਿੱਤੇ ਹੈ, ਇਸ ਤਰ੍ਹਾਂ ਕਿਵੇਂ ਨਿਰਵਾਹ ਹੋ ਸਕੇਗਾ। ਜਦੋਂ ਸ੍ਰੀ ਗੁਰੂ ਜੀ ਦੇ ਪਿਤਾ ਜੀ ਨੂੰ ਰਾਏ ਬੁਲਾਰ ਜੀ ਨੇ ਉਹ ਆਖਿਆ ਕਿ ਤੁਹਾਨੂੰ ਹੁਣ ਉਜਾੜਾ ਭਰਨਾ ਪਵੇਗਾ, ਤੇ ਸਤਿਗੁਰਾਂ ਜੀ ਨੇ ਤੇ ਸਮੇਂ ਆਪਣੇ ਸ਼੍ਰੀ ਕੰਠ ਤੋਂ ਬੋਲ ਕਹੇ ਕਿ ਰਾਏ ਜੀ, ਜਦੋਂ ਖੇਤ ਉਜੜਿਆ ਹੀ ਨਹੀਂ ਤੇ ਉਜਾੜਾ ਕੀ ਭਰਨਾ ਹੈ। ਇਹ ਕਿਸਾਨ ਜਿਹੜਾ ਹੈ ਬਿਨਾਂ ਹੀ ਸਮਝ ਤੋਂ ਬੋਲੀ ਜਾਂਦਾ ਹੈ। ਜਦੋਂ ਦੋ ਗੱਲਾਂ ਹੋ ਗਈਆਂ ਕਿ ਕਿਸਾਨ ਕਹਿੰਦਾ ਖੇਤ ਉਜੜਿਆ, ਸ੍ਰੀ ਗੁਰੂ ਜੀ ਕਹਿੰਦੇ ਕੋਈ ਇਹਦਾ ਉਜਾੜਾ ਨਹੀਂ ਹੋਇਆ, ਤੇ ਰਾਏ ਜੀ ਦੇ ਮਨ ਵਿੱਚ ਸ਼ੰਕਾ ਹੋ ਆਇਆ। ਤੇ ਜਿਸ ਸਮੇਂ ਨੌਕਰ ਭੇਜੇ, ਜਾਓ ਵੇਖ ਕੇ ਆਓ, ਨੌਕਰਾਂ ਨੇ ਆ ਕੇ ਦੱਸਿਆ ਕਿ ਕੋਈ ਵੀ ਪਸ਼ੂਆਂ ਦੀ ਖੋਜ ਤੱਕ ਨਹੀਂ, ਕੋਈ ਵੀ ਖੇਤ ਨਹੀਂ ਉਜੜਿਆ। ਤੇ ਉਹ ਜਿਹੜਾ ਰਾਹਕ ਸੀ ਜ਼ਿਮੀਂਦਾਰ ਬੜਾ ਸ਼ਰਮਿੰਦਾ ਹੋਇਆ, ਹੈਰਾਨ ਹੋ ਗਿਆ। ਵਾਪਸ ਪਰਤ ਕੇ ਵੇਖਿਆ ਕਿ ਸੱਚਮੁੱਚ ਖੇਤੀ ਤਾਂ ਉਵੇਂ ਹੀ ਹਰੀ ਭਰੀ ਹੈ। ਮਹਿਮਾ ਨਹੀਂ ਜਾਣ ਸਕਿਆ ਸੱਚੇ ਪਾਤਸ਼ਾਹ ਜੀ ਦੀ। ਜੇ ਹਜ਼ੂਰ ਦੀ ਮਹਿਮਾ ਨੂੰ ਜਾਣਦਾ ਤੇ ਭਾਗ ਜਾਗਦੇ, ਮਹਾਰਾਜ ਦੇ ਚਰਨਾਂ ਦੀ ਸ਼ਰਨ ਪੈ ਕਰਕੇ ਆਪਣੇ ਭਾਵ ਬੰਧਨ ਨਾਸ਼ ਕਰ ਲੈਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਉਂ ਪਿਤਾ ਜੀ ਦੇ ਸਮੇਤ ਘਰ ਨੂੰ ਆ ਗਏ ਸਤਿਗੁਰੂ ਜੀ। ਇਸ ਤਰ੍ਹਾਂ ਮਹਾਰਾਜ ਜੀ ਕੌਤਕ ਕਰ ਰਹੇ ਹੈ। ਉਸ ਰਾਏ ਭੋਏ ਦੀ ਤਲਵੰਡੀ ਦੀ ਪਾਵਨ ਧਰਤੀ ਦੇ ਉੱਤੇ ਸਤਿਗੁਰਾਂ ਜੀ ਦੇ ਜਿੱਥੇ ਜਿੱਥੇ ਚਰਨ ਪਏ ਨੇ, ਇਹ ਕੌਤਕ ਵਰਤੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਖਾਲਸਾ ਰਾਜ ਦੇ ਵਕਤ ਸੁੰਦਰ ਆਲੀਸ਼ਾਨ ਅਸਥਾਨ ਉੱਥੇ ਕਾਇਮ ਕੀਤੇ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੀ ਜਿਵੇਂ ਅੱਗੇ ਕਥਾ ਆ ਰਹੀ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰ ਬੰਦ ਉਬੈ ਕਰ ਬੰਦ ਗੁਰੂ। ਕਵਿਰਾਜ ਜੀ 11ਵਾਂ ਅਧਿਆਇ ਆਰੰਭ ਕਰਦੇ ਹੋਏ ਮੰਗਲਾ ਚਰਨ ਕਰਦੇ ਨੇ। ਕਰ ਬੰਦ ਉਬੈ ਕਰ ਬੰਦ ਗੁਰੂ ਕਹਿੰਦੇ ਨੇ। ਉਬੈ ਦੋਵੇਂ ਕਰ ਹੱਥ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਮੈਂ ਬੰਦਨਾ ਕਰਦਾ ਹਾਂ। ਸੁਖ ਕੰਦ ਸਦਾ ਦੁਖ ਦੁੰਦ ਨਿਕੰਦੂ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਜੋ ਹਨ, ਸੁਖ ਕੰਦ ਸਦਾ, ਇਹ ਸੁੱਖਾਂ ਦੇ ਕੰਦ ਮੂਲ ਹਨ। ਸੱਚੇ ਪਾਤਸ਼ਾਹ ਜੀ ਦੇ ਚਰਨ, ਜਿਸ ਕਿਸੇ ਨੇ ਵੀ ਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕੀਤਾ ਨਾ, ਉਹਨੂੰ ਆਤਮਿਕ ਆਨੰਦ ਦਾ ਸੁੱਖ ਬਖਸ਼ਿਆ ਮਹਾਰਾਜ ਜੀ ਦੇ ਚਰਨਾਂ ਨੇ। ਇਸ ਕਰਕੇ ਕਵਿਰਾਜ ਕਹਿੰਦੇ ਹੈ, ਮੈਂ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਕਿਉਂਕਿ ਸ੍ਰੀ ਗੁਰੂ ਜੀ ਦੇ ਚਰਨਾਂ ਦਾ ਧਿਆਨ ਸੁੱਖਾਂ ਦਾ ਮੂਲ ਹੈ। ਮਹਾਰਾਜ ਜੀ ਦੇ ਚਰਨਾਂ ਨਾਲ ਸੁਰਤ ਜੋੜੀਏ ਤੇ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਤੇ ਅੱਗੇ ਪੜੋ ਫਿਰ। ਦੁਖ ਦੁੰਦ ਨਿਕੰਦੂ। ਜਿਹੜੇ ਦੁੱਖ ਹਨ, ਵਿਕਾਰਾਂ ਦੇ ਦੁੱਖ ਹੈ, ਅਗਿਆਨਤਾ ਦਾ ਦੁੱਖ ਹੈ, ਇਸ ਪ੍ਰਕਾਰ ਜਿਹੜੇ ਫਿਰ ਦੁੰਦ ਕਲੇਸ਼ ਹਨ, ਝਗੜੇ ਹਨ, ਉਹਨਾਂ ਨੂੰ ਕੱਟਣ ਵਾਲੇ ਹੈ ਸ੍ਰੀ ਗੁਰੂ ਜੀ ਦੇ ਚਰਨ। ਮਹਾਰਾਜ ਜੀ ਦੇ ਚਰਨਾਂ ਦਾ ਜਿਸ ਨੇ ਧਿਆਨ ਕੀਤਾ, ਪ੍ਰੀਤ ਕੀਤੀ ਹੈ ਮਹਾਰਾਜ ਦੇ ਚਰਨਾਂ ਨਾਲ, ਉਹਦੇ ਸਾਰੇ ਝਗੜੇ ਮਹਾਰਾਜ ਜੀ ਨਾਸ਼ ਕਰ ਦਿੰਦੇ, ਉਹਦੇ ਕਲੇਸ਼ ਗਲੋਂ ਮਹਾਰਾਜ ਲਾਹ ਦਿੰਦੇ ਆ ਸੱਚੇ ਪਾਤਸ਼ਾਹ ਜੀ। ਤੇ ਬੜੇ ਵੱਡੇ ਵੱਡੇ ਦੁੱਖ ਉਹਦੇ ਨਾਸ਼ ਹੋ ਜਾਂਦੇ ਆ, ਚਾਹੇ ਸਰੀਰਕ ਦੁੱਖ ਹੋਣ, ਚਾਹੇ ਮਾਨਸਿਕ ਦੁੱਖ ਹੋਣ। ਕਿਸੇ ਪ੍ਰਕਾਰ ਦਾ ਵੀ ਦੁੱਖ ਸ੍ਰੀ ਗੁਰੂ ਜੀ ਦੇ ਚਰਨਾਂ ਦੇ ਧਿਆਨ ਕਰਨ ਨਾਲ ਨਹੀਂ ਰਹਿੰਦਾ,
ਕਿਉਂਕਿ ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤ ਦੁੱਖਾਂ ਤੇ ਕਲੇਸ਼ਾਂ ਨੂੰ ਕੱਟਣ ਵਾਲੀ ਹੈ। ਅਰਬਿੰਦ ਪਦੰ ਮਨ ਮਨ ਹੋਹ ਮਲਿੰਦ। ਕਹਿੰਦੇ ਨੇ ਹੇ ਮੇਰੇ ਮਨਾ, ਤੂੰ ਜਿਹੜੇ ਸਤਿਗੁਰੂ ਜੀ ਦੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਹਨ ਉਹਨਾਂ ਦਾ ਭੌਰਾ ਹੋ ਜਾ। ਜਿਵੇਂ ਭੌਰੇ ਫੁੱਲਾਂ ਦੇ ਉੱਤੇ ਮਕਰੰਦ ਰਸ ਲੈਂਦੇ ਆ ਨਾ, ਇਵੇਂ ਸ੍ਰੀ ਗੁਰੂ ਜੀ ਦੇ ਚਰਨਾਂ ਕਮਲਾਂ ਦਾ ਹੇ ਮਨਾ ਤੂੰ ਭੌਰਾ ਬਣ ਜਾਣਾ ਕਰ। ਜੋ ਮੋਹ ਕਮੂਲ ਬਿਨਾਸ਼ ਬਿਲੰਦੂ। ਜਿਹੜੇ ਬਲ ਵਾਲਾ, ਜਿਹੜਾ ਮੋਹ ਦਾ ਮੂਲ ਕੀ ਹੈ? ਅਗਿਆਨ। ਇਹ ਬੜਾ ਬਲ ਵਾਲਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦੀ ਪ੍ਰੀਤ, ਇਹ ਜਿਹੜਾ ਮੋਹ ਦਾ ਮੂਲ ਹੈ ਨਾ, ਅਗਿਆਨ, ਇਹਨੂੰ ਵੀ ਨਾਸ਼ ਕਰਨ ਵਾਲੇ ਬੜੇ ਬਲੰਦੂ ਬਲ ਵਾਲੇ ਹਨ ਸ੍ਰੀ ਗੁਰੂ ਜੀ ਦੇ ਚਰਨ। ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤ ਐਸੀ ਪ੍ਰਬਲ ਹੈ, ਜਿਸ ਸਿੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਦੀ ਕਲਾ ਵਰਤਦੀ ਹੈ ਕਿ ਉਹਦੇ ਅੰਦਰੋਂ ਫਿਰ ਜਿਹੜਾ ਮੋਹ ਦਾ ਮੂਲ ਹੈ ਅਗਿਆਨ, ਉਹ ਨਾਸ਼ ਹੋ ਜਾਂਦਾ ਹੈ, ਕਿਉਂਕਿ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਬਲ ਵਾਲੀ ਹੈ ਅਗਿਆਨ ਨੂੰ ਨਾਸ਼ ਕਰਨ ਵਾਸਤੇ। ਓਡ ਦੰਬਨ ਬ੍ਰਿੰਦ ਦਿਵਾ ਕਰ ਸੋ। ਫਿਰ ਸਤਿਗੁਰਾਂ ਜੀ ਦੇ ਚਰਨਾਂ ਦੀ ਪ੍ਰੀਤ ਪ੍ਰਕਾਸ਼ ਕੈਸਾ ਕਰਦੀ ਹੈ ਜਗਿਆਸੂ ਦੇ ਹਿਰਦੇ ਦੇ ਅੰਦਰ। ਕਹਿੰਦੇ ਜਿਵੇਂ ਜਿਹੜੇ ਇਸ ਪ੍ਰਕਾਰ ਦੰਬਨ ਪਖੰਡ ਹਨ, ਇਹ ਤਾਂ ਉਡਗਨ ਤਾਰਿਆਂ ਦੀ ਤਰ੍ਹਾਂ ਹਨ, ਤੇ ਸ੍ਰੀ ਗੁਰੂ ਜੀ ਦੇ ਚਰਨ ਜਿਹੜੇ ਹਨ ਇਹ ਦਿਵਾਕਰ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਈ ਹਨ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਪਖੰਡਾਂ ਨੂੰ ਨਾਸ਼ ਕਰ ਦਿੰਦੀ ਹੈ। ਉਹ ਪਖੰਡੀ ਨਹੀਂ ਹੁੰਦੇ, ਉਹ ਤਾਂ ਸੱਚ ਦੇ ਉਪਾਸ਼ਕ ਹੁੰਦੇ ਐ, ਵਾਹਿਗੁਰੂ ਦੇ ਮਿਲਾਪੀ ਹੁੰਦੇ ਐ, ਜਿਹੜੇ ਸ੍ਰੀ ਗੁਰੂ ਜੀ ਦੇ ਚਰਨਾਂ ਨਾਲ ਪ੍ਰੇਮ ਕਰਦੇ ਐ। ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਸੂਰਜਵਤ ਪ੍ਰਕਾਸ਼ ਕਰਨ ਵਾਲੀ ਹੈ, ਤੇ ਜਿਵੇਂ ਸੂਰਜ ਦੇ ਚੜ੍ਹਨ ਨਾਲ ਫਿਰ ਜਿਹੜੇ ਤਾਰੇ ਆ ਉਹ ਨਾਸ਼ ਹੋ ਜਾਂਦੇ ਐ, ਇਵੇਂ ਸ੍ਰੀ ਗੁਰੂ ਜੀ ਦੇ ਚਰਨਾਂ ਦਾ ਜਿਹੜਾ ਪ੍ਰਤਾਪ ਹੈ ਨਾ, ਜਿਸ ਸਿੱਖ ਦੇ ਹਿਰਦੇ ਅੰਦਰ ਪ੍ਰਾਪਤ ਹੁੰਦਾ ਹੈ, ਉਹਦੇ ਅੰਦਰੋਂ ਪਖੰਡ ਹੈ ਨਾਸ਼ ਹੋ ਜਾਂਦੇ, ਜਿਵੇਂ ਸੂਰਜ ਦੇ ਚੜ੍ਹਨ ਨਾਲ ਤਾਰੇ ਅਲੋਪ ਹੋ ਜਾਂਦੇ ਆ, ਨਾਸ਼ ਹੋ ਜਾਂਦੇ ਆ। ਬਿਸ ਆਤਪ ਕੋ ਜੋ ਸੀਤਲ ਚੰਦੂ। ਫਿਰ ਜਿਹੜੀ ਵਿਸ਼ਿਆਂ ਦੀ ਤਪਸ਼ ਹਿਰਦੇ ਰੂਪੀ ਧਰਤੀ ਤੇ ਪੈਣ ਵਾਲੀ, ਉਸ ਵਿਸ਼ਿਆਂ ਰੂਪੀ ਤਪਸ਼ ਨੂੰ ਨਾਸ਼ ਕਰਨ ਵਾਸਤੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਪ੍ਰੀਤ ਚੰਦਰਮਾ ਵਤ ਠੰਡੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਨਾਂ ਦੀ ਪ੍ਰੀਤ ਤਪਦੇ ਹਿਰਦਿਆਂ ਨੂੰ ਠਾਰ ਦਿੰਦੀ ਹੈ, ਜਿਵੇਂ ਜਿਹੜੀ ਸੀ ਨੂਰ ਸ਼ਾਹ ਜਾਦੂਗਰਨੀ ਠਰ ਗਈ ਸੀ ਸ੍ਰੀ ਗੁਰੂ ਜੀ ਦੇ ਚਰਨਾਂ ਨਾਲ ਜੁੜ ਕਰਕੇ। ਸੱਜਣ ਠੱਗ ਵਰਗਿਆਂ ਦਾ ਹਿਰਦਾ ਜਿਹੜਾ ਸੀ ਨਾ ਤਪਦਾ, ਉਹ ਠਰ ਗਿਆ ਸੀਗਾ, ਜਿਉਂ 100 ਸੁਹਾਗਣ ਵਿਸ਼ਿਆਂ ਵਿੱਚ ਤਪਦਾ ਸੀਗਾ, ਉਹਦਾ ਹਿਰਦਾ ਠਰ ਗਿਆ ਸੀਗਾ। ਚੰਦਰਮਾ ਵਰਗੀ ਠੰਡਕ ਵੀ ਦੇਣ ਵਾਲੀ ਹੈ ਸ੍ਰੀ ਗੁਰੂ ਜੀ ਦੇ ਚਰਨਾਂ ਦੀ ਪ੍ਰੀਤ, ਜਿਹੜੇ ਹਿਰਦੇ ਵਿਸ਼ਿਆਂ ਵਕਾਰਾਂ ਦੀ ਅੱਗ ਨਾਲ ਤਪਦੇ ਆ, ਤਪਸ਼ ਮਾਰਦੇ ਆ। ਜੇ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਲੱਗ ਜਾਵੇ ਤੇ ਸ੍ਰੀ ਗੁਰੂ ਜੀ ਦੇ ਚਰਨ ਚੰਦਰਮਾ ਵਤ ਠੰਡਕ ਦੇਣ ਵਾਲੇ ਹਨ। ਸਮੁਦਾਇ ਬਿਗਨ ਬਿਨਾਸ਼ਨ ਜੋ। ਜਿਹੜੇ ਸਮੂਹ ਜਿਹੜੇ ਸਮੁਦਾਇ ਇਸ ਪ੍ਰਕਾਰ ਸਾਰੇ ਜਿਹੜੇ ਵਿਘਨ ਹਨ ਉਹਨਾਂ ਨੂੰ ਨਾਸ਼ ਕਰਨ ਵਾਲੇ ਐ ਸਤਿਗੁਰਾਂ ਜੀ ਦੇ ਚਰਨ, ਜੋ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਵਿੱਚ ਕਖਾਏ ਦੋਸ਼ ਆਦਿਕ ਵਿਘਨ ਪੈਂਦੇ ਐ, ਵਕਾਰ ਜਿਹੜੇ ਪ੍ਰਬਲ ਹੋ ਕੇ ਵਿਘਨ ਪਾਉਂਦੇ ਐ, ਜਿਹੜੇ ਇਸ ਪ੍ਰਕਾਰ 5 ਵਿਸ਼ੇ ਜਿਹੜੇ ਐ ਉਹ ਪ੍ਰਬਲ ਹੋ ਕਰਕੇ ਵਿਘਨ ਪਾਉਂਦੇ ਐ, ਉਹਨਾਂ ਸਮੂਹ ਵਿਘਨਾਂ ਨੂੰ ਕੱਟਣ ਵਾਲੀ ਹੈ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤ। ਨਿਜ ਦਾਸਨ ਕੋ ਬਰਦਾਏ ਆਨੰਦੂ। ਤੇ ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ ਬਰ ਸ੍ਰੇਸ਼ਟ ਵਰ ਦੇਣ ਵਾਲੀ ਹੈ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤ। ਤੇ ਕਿਹੜਾ ਆਨੰਦ? ਆਤਮਿਕ ਆਨੰਦ ਨੂੰ ਬਖਸ਼ਣ ਵਾਲੇ ਹੈ ਸਤਿਗੁਰਾਂ ਜੀ ਦੇ ਪਵਿੱਤਰ ਚਰਨ। ਇਸ ਕਰਕੇ ਸਥਾਈ ਭਾਵ ਜਿਵੇਂ ਹੁੰਦਾ ਹੈ, ਇਵੇਂ ਇਸ ਸਵਈਏ ਦੀ ਮੂਲ ਪੰਕਤੀ ਹੈ ਕਿ ਹੇ ਮੇਰੇ ਮਨਾ, ਤੂੰ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਭੌਰਾ ਹੋ ਜਾ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਨਾਲ ਜੁੜ ਜਾ। ਇੰਨੇ ਸੁੱਖ ਹੈ ਸ੍ਰੀ ਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਕਰਨੇ ਕਰਕੇ, ਇੰਨਾ ਆਨੰਦ ਤੇ ਇੰਨਾ ਸੁੱਖ ਪ੍ਰਾਪਤ ਹੁੰਦਾ ਹੈ। ਇਸ ਕਰਕੇ ਤੂੰ ਸਦਾ ਹੀ ਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਰਹੋ। ਸਤਿਗੁਰੂ ਜੀ ਦੇ ਚਰਨ ਤਾਂ ਸਾਰੇ ਦੁੱਖਾਂ ਦੇ ਨਾਸ਼ਕ ਹੈ, ਸਾਰੇ ਸੁੱਖਾਂ ਨੂੰ ਪ੍ਰਕਾਸ਼ ਕਰਨ ਵਾਲੇ ਹੈ। ਐਸੀ ਸਤਿਗੁਰੂ ਦੇ ਚਰਨਾਂ ਦੀ ਪਵਿੱਤਰ ਪ੍ਰੀਤ ਹੈ। ਸ੍ਰੀ ਬਾਲਾ ਸੰਦੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਫਰਮਾਉਂਦੇ ਹਨ। ਦੋਹਰਾ
ਸਤਿਗੁਰ ਲੀਲਾ ਲਲਤ ਏਓ। ਗੁਰੂ ਅੰਗਦ ਸਾਹਿਬ ਜੀ ਨੂੰ ਇਤਿਹਾਸ ਸੁਣਾ ਰਹੇ ਆ ਭਾਈ ਬਾਲਾ ਜੀ। ਕਹਿੰਦੇ ਆ ਸੱਚੇ ਪਾਤਸ਼ਾਹ ਜੀ, ਇਉਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਲਿਤ ਸੁੰਦਰ ਲੀਲਾ ਨੂੰ ਸਤਿਗੁਰੂ ਜੀ ਕੌਤਕ ਕਰਦੇ ਹਨ। ਸੁੰਦਰ ਕਰਤ ਬ੍ਰਿਦਤ ਜਗ ਕੰਤ। ਜਗਤ ਦੇ ਕੰਤ ਸੁਆਮੀ ਮਾਲਕ ਗੁਰੂ ਨਾਨਕ ਸਾਹਿਬ ਦਾ ਇਉਂ ਸਰੀਰ ਜਿਹੜਾ ਨਾ ਵੱਧ ਫੁੱਲ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਕੌਤਕ ਵਰਤਾ ਰਹੇ ਆ। ਪਰ ਫੁੱਲਤ ਕਲ ਫੂਲ ਸੋ। ਤੇ ਇਸ ਪ੍ਰਕਾਰ ਜਿਹੜੇ ਕੱਲ ਸੁੰਦਰ ਫੁੱਲ ਹਨ ਉਹਨਾਂ ਦੇ ਨਾਲ ਧਰਤੀ ਫੁੱਲ ਰਹੀ ਹੈ, ਭਾਵ ਪ੍ਰਫੁੱਲਤ ਹੋ ਰਹੀ ਹੈ। ਸ਼ੋਭਤ ਰਿਤੂ ਬਸੰਤ। ਧਰਤੀ ਦੇ ਉੱਤੇ ਬਸੰਤ ਰੁੱਤ ਜਿਹੜੀ ਹੈ ਉਹ ਬੜੀ ਸ਼ੋਭਾ ਪਾ ਰਹੀ ਹੈ। ਚਾਉ ਪਈ ਸੁੰਦਰ ਮ੍ਰਿਦੁਲ ਸਦਲ ਧਰ ਰਾਜੀ। ਤੇ ਜਿਹੜੇ ਇਸ ਪ੍ਰਕਾਰ ਬ੍ਰਿਕਸ਼ ਹਨ ਉਹਨਾਂ ਦੀ ਹੁਣ ਸ਼ੋਭਾ ਦੱਸਦੇ ਆ ਕਵੀ ਰਾਜ। ਬਸੰਤ ਰੁੱਤ ਦਾ ਜਿਹੜਾ ਹੈ ਨਾ ਉਹ ਪ੍ਰਕਰਨ ਬਣਾ ਕਰਕੇ ਦੱਸਦੇ ਆ ਕਿ ਕਿਹੋ ਜੀ ਫੱਬ ਰਹੀ ਹੈ ਬਸੰਤ ਰੁੱਤ। ਧਰਤੀ ਫੁੱਲਾਂ ਦੇ ਸਹਿਤ ਬੜੀ ਸੋਹਣੀ ਖਿੜ ਰਹੀ ਹੈ। ਬੜੇ ਨਵੇਂ ਨਵੇਂ ਫੁੱਲ ਜਿਹੜੇ ਆ ਉਹ ਪ੍ਰਫੁੱਲਤ ਹਨ। ਬੜਾ ਧਰਤੀ ਦਾ ਸੋਹਣਾ ਜਿਹੜਾ ਸਰੂਪ ਆ ਉਹਦੀ ਤਸਵੀਰ ਕਵੀ ਰਾਜ ਖਿੱਚਦੇ ਹਨ। ਫਿਰ ਪੜੋ। ਸੁੰਦਰ ਮ੍ਰਿਦੁਲ ਸਦਲ ਧਰ ਰਾਜੀ। ਬੜੇ ਹੀ ਸੁੰਦਰ ਹਨ, ਮ੍ਰਿਦਲ ਕੋਮਲ ਸਦਲ ਸਹਿਤ ਪੱਤਿਆਂ ਦੇ ਜਿਹੜੇ ਬ੍ਰਿਕਸ਼ ਹਨ ਨਾ ਉਹ ਰਾਜੀ ਬੜੇ ਸੋਹਣੇ ਫੱਬ ਰਹੇ ਆ। ਬਰਨ ਬਰਨ ਬਰ ਉਪਮਾ ਛਾਜੀ। ਤੇ ਰੰਗਾਂ ਰੰਗਾਂ ਦੀ ਉਪਮਾ ਜਿਹੜੀ ਹੈ ਉਹ ਸੋਹਣੀ ਫੱਬ ਰਹੀ ਹੈ। ਜਨ ਬਸੰਤ ਨਿਜ ਸੈਨ ਸ਼ਿੰਗਾਰੀ। ਕਵੀ ਰਾਜ ਕਹਿੰਦੇ ਉਹ ਲੱਗਦਾ ਜਿਵੇਂ ਬਸੰਤ ਰਾਜਾ ਹੋਵੇ। ਇਸ ਵਿੱਚ ਹੁਣ ਬਸੰਤ ਨੂੰ ਰਾਜਾ ਰੂਪ ਕਥਨ ਕਰਦੇ ਆ, ਫਰਮਾਉਂਦੇ ਹਨ। ਜਨ ਬਸੰਤ ਨਿਜ ਸੈਨ ਸ਼ਿੰਗਾਰੀ। ਇਉਂ ਲੱਗ ਰਿਹਾ ਕਹਿੰਦੇ ਜਿਵੇਂ ਬਸੰਤ ਰਾਜੇ ਨੇ ਆਪਣੀ ਫੌਜ ਨੂੰ ਆਪਣੀ ਸੈਨਾ ਨੂੰ ਸ਼ਿੰਗਾਰ ਕਰਕੇ। ਜੀਤਨ ਜੇ ਬਿਰਹੀ ਨਰ ਨਾਰੀ। ਜਿਹੜੇ ਨਰ ਤੇ ਪੁਰਸ਼ ਬਿਰਹੀ ਹਨ ਜਿਨ੍ਹਾਂ ਨੂੰ ਵਿਛੋੜਾ ਹੈ ਉਹਨਾਂ ਨੂੰ ਜਿੱਤਣ ਵਾਸਤੇ। ਸਭ ਪਲਾਸ ਤੇ ਪਾਤ ਨਿਪਾਤੀ। ਇਉਂ ਸੈਨਾ ਹੀ ਫੌਜ ਹੀ ਸਜਾਈ ਹੋਵੇ। ਜਿਹੜੇ ਪਲਾਸ਼ ਛਿਛਰੇ ਦੇ ਰੁੱਖ ਹਨ ਉਹਨਾਂ ਤੋਂ ਸਾਰੇ ਪੱਤੇ ਨਪਾਤੀ ਜਿਹੜੇ ਹਨ ਉਹ ਝੜ ਗਏ ਆ, ਪੱਤਾ ਕੋਈ ਵੀ ਨਹੀਂ ਹੈ। ਫੂਲੇ ਫੂਲ ਲਾਲ ਭਲ ਭਾਂਤੀ। ਤੇ ਜਿਹੜੇ ਲਾਲ ਲਾਲ ਫੁੱਲ ਹਨ ਉਹ ਭਲੀ ਭਾਂਤ ਬੜੀ ਚੰਗੀ ਤਰ੍ਹਾਂ ਸਾਰੇ ਖਿੜ ਰਹੇ ਆ। ਮਨਹੁ ਸੁਪਟ ਪਟ ਰੰਗਨ ਰਾਂਗੇ। ਇਉਂ ਲੱਗ ਰਿਹਾ ਜਿਵੇਂ ਬਸੰਤ ਰੁੱਤ ਦੇ ਸੂਰਮੇ ਆ ਤੇ ਰੰਗਾਂ ਰੰਗਾਂ ਦੇ ਇਹਨਾਂ ਨੇ ਕੱਪੜੇ ਪਹਿਰੇ ਆ। ਚੜੇ ਜੁੱਧ ਕਰ ਆਰਨ ਬਾਗੇ। ਤੇ ਇਹ ਜਿਹੜੇ ਆ ਲਾਲ ਰੰਗ ਦੇ ਕੱਪੜੇ ਪਹਿਰ ਕਰਕੇ ਜਿਵੇਂ ਯੁੱਧ ਨੂੰ ਚੜੇ ਆ, ਤਿਆਰੀ ਕਰ ਰਹੇ ਆ। ਯੁੱਧ ਦੀ ਤਿਆਰੀ ਕਰਕੇ ਜਿਵੇਂ ਚੜ ਪਏ ਆ, ਇਸ ਤਰ੍ਹਾਂ ਇਹ ਸੋਹਣੇ ਫੁੱਲ ਜਿਹੜੇ ਛਿਛਰਿਆਂ ਦੇ ਫੱਬ ਰਹੇ ਆ। ਅੰਬਰ ਮੌਰ ਪਿਖ ਆਨੰਦ ਜਾਸੂ। ਤੇ ਜਿਹੜੇ ਅੰਬਾਂ ਦਾ ਪਿਆ ਹੋਇਆ ਬੂਰ ਹੈ ਜਿਸ ਨੂੰ ਵੇਖ ਕਰਕੇ ਜਿਹੜਾ ਹੈ ਉਸ ਪਏ ਹੋਏ ਬੂਰ ਨੂੰ ਜਿਸ ਨੂੰ ਆਨੰਦ ਆਉਂਦਾ ਹੈ ਬੜਾ ਹੀ ਸੁੱਖ ਮਿਲਦਾ। ਫਿਰ ਪੜੋ। ਅੰਬਰ ਮੌਰ ਪਿਖ ਆਨੰਦ ਜਾਸੂ। ਵੇਖ ਕਰਕੇ ਜਾਸੂ ਜਿਸ ਨੂੰ ਅੰਬਾਂ ਦਾ ਪਿਆ ਹੋਇਆ ਬੂਰ ਬੜਾ ਹੀ ਆਨੰਦ ਆਉਂਦਾ। ਕੌਣ ਹੈ ਉਹ? ਕੂਕਤ ਕੋਕਿਲ ਕਲ ਰਵਤਾਸੂ। ਤੇ ਉਹ ਕੋਇਲਾਂ ਹਨ ਜਿਨ੍ਹਾਂ ਨੂੰ ਅੰਬਾਂ ਦਾ ਪਿਆ ਹੋਇਆ ਬੂਰ ਵੇਖ ਕੇ ਬੜਾ ਹੀ ਆਨੰਦ ਆਉਂਦਾ ਹੈ। ਤੇ ਕੋਇਲਾਂ ਜਿਹੜੀਆਂ ਹਨ ਕੂਕਦੀਆਂ ਹਨ। ਕਲ ਰਵ, ਕਲ ਕਹਿੰਦੇ ਸੁੰਦਰ ਨੂੰ, ਰਵ ਕਹਿੰਦੇ ਆਵਾਜ਼ ਨੂੰ। ਸੁੰਦਰ ਆਵਾਜ਼ ਦੇ ਅੰਦਰ ਉੱਚੀ ਉੱਚੀ ਕੂਕਦੀਆਂ ਹਨ ਜਿਹੜੀਆਂ ਕੋਇਲਾਂ ਹਨ। ਜਨ ਬਸੰਤ ਕੀ ਦੇਤ ਦੁਹਾਈ। ਇਉਂ ਲੱਗ ਰਿਹਾ ਜਿਵੇਂ ਬਸੰਤ ਰਾਜੇ ਦੀ ਦੁਹਾਈ ਫੇਰ ਰਹੀਆਂ ਹੋਣ ਕਿ ਬਸੰਤ ਦਾ ਜਿਹੜਾ ਰਾਜ ਹੈ ਉਹ ਕਾਇਮ ਹੋ ਗਿਆ ਹੈ। ਇਹ ਕੋਇਲਾਂ ਉੱਚੀ ਉੱਚੀ ਕੂਕਦੀਆਂ ਹੋਈਆਂ ਬਸੰਤ ਰੁੱਤ ਰਾਜੇ ਦੀ ਜਿਵੇਂ ਦੁਹਾਈ ਨੂੰ ਫੇਰ ਰਹੀਆਂ ਹੋਣ। ਮਾਨਨ ਦੇਸ਼ ਜੇ ਮਾਨ ਕਢਾਈ। ਤੇ ਜਿਹੜੀਆਂ ਮਾਨਨ ਇਸ ਪ੍ਰਕਾਰ ਪਤੀ ਦੇ ਦੋਸ਼ ਤੋਂ ਰੁੱਸੀਆਂ ਹੋਈਆਂ ਇਸਤਰੀਆਂ ਹੁੰਦੀਆਂ ਉਹਨਾਂ ਨੂੰ ਮਾਣ ਦੇ ਦੇਸ਼ ਵਿੱਚੋਂ ਬਾਹਰ ਕੱਢ ਰਹੀ ਹੈ ਕੋਇਲਾਂ ਦੀ ਆਵਾਜ਼। ਭਾਵ ਉਹਨਾਂ ਦਾ ਜਿਹੜਾ ਬਿਰਹ ਹੈ ਨਾ ਉਹ ਬਿਰਹੇ ਵਿੱਚ ਪਤੀ ਨੂੰ ਮਿਲਣ ਦੀ ਤੜਪ ਪੈਦਾ ਕਰ ਰਹੀਆਂ। ਮਾਣ ਛੱਡ ਕੇ ਪਤੀ ਨੂੰ ਮਿਲਣ ਵਾਸਤੇ ਤਾਂਘ ਜਾਗਦੀ ਹੈ। ਪੁਸ਼ਪਨ ਕੀ ਮਕਰੰਦ ਨਿਹਾਰੀ। ਤੇ ਇਸ ਪ੍ਰਕਾਰ ਜਿਹੜੇ ਪੁਸ਼ਪ ਹਨ ਫੁੱਲ ਉਹਨਾਂ ਉੱਤੇ ਮਕਰੰਦ ਜਿਹੜਾ ਰਸ ਹੈ ਨਾ ਉਹ ਜਿਹੜਾ ਧੂੜਾ ਹੈ ਮਕਰੰਦ ਦਾ ਉਹ ਬੜਾ ਹੀ ਸੋਹਣਾ ਦਿਸ ਰਿਹਾ ਏ। ਦੇਹ ਪਰ ਮਧੁਕਰ ਕਰਤ ਗੁੰਜਾਰੀ। ਤੇ ਜਿਹੜੇ ਮਧੁਕਰ ਭੌਰੇ ਹਨ
ਉਹ ਉਸ ਮਕਰੰਦ ਦੇ ਉੱਤੇ ਜਿਹੜਾ ਹੈ ਫੁੱਲਾਂ ਦੇ ਉੱਤੇ ਮਕਰੰਦ ਰਸ ਨੂੰ ਲੈਣ ਵਾਸਤੇ ਬਹੁਤ ਜ਼ਿਆਦੀਆਂ ਗੂੰਜਾਂ ਪਾ ਰਹੇ ਆ। ਜਨ ਬਸੰਤ ਨ੍ਰਿਪ ਆਗੇ ਬੀਨਾ। ਇਉਂ ਲੱਗ ਰਿਹਾ ਜਿਵੇਂ ਬਸੰਤ ਰੂਪੀ ਰਾਜੇ ਦੇ ਅੱਗੇ ਇਹ ਭੌਰੇ ਬੀਣਾ ਹੀ ਵਜਾ ਰਹੇ ਹੋਣ। ਗਾਏ ਬਜਾਵੇ ਗੁਨੀ ਪ੍ਰਬੀਨਾ। ਬੜੇ ਗੁਣੀ ਤੇ ਸਿਆਣੇ ਜਿਵੇਂ ਗਵਈਏ ਗਾਉਂਦੇ ਆ ਰਾਜਿਆਂ ਨੂੰ ਰਿਝਾਉਣ ਵਾਸਤੇ, ਇਸ ਤਰ੍ਹਾਂ ਇਹ ਜਿਹੜੇ ਭੌਰੇ ਆ ਇਹ ਬਸੰਤ ਰੂਪੀ ਰਾਜੇ ਨੂੰ ਰਿਝਾਉਣ ਵਾਸਤੇ ਜਿਹੜੀਆਂ ਗੂੰਜਾਂ ਪਾ ਰਹੇ ਆ ਜਿਵੇਂ ਬੀਣਾ ਹੀ ਵਜਾ ਰਹੇ ਹੋਣ। ਲਲਤ ਬਿਹੰਗ ਬੋਲ ਹੀ ਬਾਨੀ। ਤੇ ਜਿਹੜੇ ਬਿਹੰਗ ਪੰਛੀ ਐ ਉਹ ਬੜੀ ਲਲਤ ਸੁੰਦਰ ਬਾਣੀ ਬੋਲਦੇ ਆ, ਬੜੀ ਚਹਿਚਕਾਟ ਜਿਹੜੀ ਪੰਛੀ ਕਰਦੇ ਆ ਨਾ। ਵੇਖੋ ਕਿਆ ਸੋਹਣਾ ਤਲਵੰਡੀ ਦੇ ਅੰਦਰ ਬਸੰਤ ਰੁੱਤ ਦਾ ਰੂਪ ਕਵੀਰਾਜ ਖਿੱਚ ਰਹੇ ਆ। ਕਿਹੋ ਜਿਹਾ ਉਹ ਧਰਤੀ ਦਾ ਨਜ਼ਾਰਾ ਤੇ ਕਿਹੋ ਜਿਹਾ ਉਹ ਨੀਲਾ ਆਸਮਾਨ ਜਿਸ ਦੇ ਥੱਲੇ ਸ੍ਰੀ ਗੁਰੂ ਜੀ ਦਾ ਬਾਲਪਨ ਬਤੀਤ ਹੋਇਆ ਹੈ, ਉਹ ਧਰਤੀ ਜਿੱਥੇ ਸੱਚੇ ਪਾਤਸ਼ਾਹ ਦਾ ਬਚਪਨ ਬਤੀਤ ਹੋਇਆ ਹੈ। ਇਸ ਤਰ੍ਹਾਂ ਸੋਹਣੀ ਰੁੱਤ ਜਿਹੜੀ ਬਸੰਤ ਦੀ ਉਹ ਆਈ ਹੈ ਤੇ ਕਿਹੋ ਜਿਹੇ ਪੰਛੀ ਜਿਹੜੇ ਆ ਬੜੇ ਸੁੰਦਰ ਢੰਗ ਨਾਲ ਬਹੁਤ ਜ਼ਿਆਦਾ ਮਨ ਨੂੰ ਮੋਹਣ ਵਾਲੀ ਆਵਾਜ਼ਾਂ ਨਿਕਲਦੀਆਂ, ਤਰ੍ਹਾਂ ਤਰ੍ਹਾਂ ਦੇ ਪੰਛੀ ਬੋਲਦੇ ਹਨ। ਜਨ ਬੰਦੀ ਜਨ ਕੀਰਤ ਗਾਨੀ। ਕਹਿੰਦੇ ਆ ਕਵੀਰਾਜ, ਕਹਿੰਦੇ ਜਿਵੇਂ ਬੰਦੀ ਜਨ ਭਾਟ ਜਿਹੜੇ ਹੁੰਦੇ ਆ ਨਾ, ਉਹ ਜਿਵੇਂ ਰਾਜਿਆਂ ਦੀ ਕੀਰਤੀ ਕਰਦੇ ਆ, ਜਸ ਗਾਉਂਦੇ ਆ। ਇਹ ਪੰਛੀ ਤੇ ਕਹਿੰਦੇ ਭਾਟਾਂ ਦੀ ਤਰ੍ਹਾਂ ਜਿਹੜੇ ਭੱਟ ਜਿਵੇਂ ਗਾਉਂਦੇ ਆ ਨਾ, ਇਵੇਂ ਬਸੰਤ ਰੂਪੀ ਰਾਜੇ ਦੀ ਕੀਰਤੀ ਹੀ ਇਹ ਪੰਛੀ ਰੂਪੀ ਭੱਟ ਗਾ ਰਹੇ ਆ। ਸੀਤਲ ਮੰਦ ਸੁਗੰਧ ਸਮੀਰਾ। ਜਿਹੜੀ ਹਵਾ ਹੈ ਉਹ ਸੀਤਲ ਮੰਦ, ਸੀਤਲ ਠੰਡੀ, ਮੰਦ ਹੌਲੀ ਤੇ ਸੁਗੰਧੀ ਵਾਲੀ ਬੜੀ ਖੁਸ਼ਬੂ ਵਾਲੀ ਹਵਾ ਚੱਲਦੀ ਆ। ਮਾਨਨ ਬਿਰਹਨ ਕਰਤ ਅਧੀਰਾ। ਤੇ ਜਿਹੜੀਆਂ ਇਸ ਪ੍ਰਕਾਰ ਇਸਤਰੀਆਂ ਮਾਣ ਵਾਲੀਆਂ ਉਹਨਾਂ ਨੂੰ ਬਿਰਹਾ ਵਿੱਚ ਧੀਰਜ ਤੋਂ ਰਹਿਤ ਕਰਦੀਆਂ ਹਨ। ਇਸ ਪ੍ਰਕਾਰ ਧੀਰਜ ਤੋਂ ਜਿਹੜਾ ਹੈ ਰਹਿਤ ਹੋ ਜਾਂਦੀਆਂ ਇਸਤਰੀਆਂ, ਪਤੀ ਦੇ ਮਿਲਣ ਦੀ ਤੜਪ ਅੰਦਰ ਪੈਦਾ ਹੁੰਦੀ ਹੈ। ਸ਼ੇਤ ਸ਼ਿਆਮ ਸਰੋਣਤ ਪੁਨ ਪੀਤਾ। ਫਿਰ ਸੇਤ ਚਿੱਟੇ, ਸਰੋਣਤ ਲਾਲ ਤੇ ਇਸ ਪ੍ਰਕਾਰ ਫਿਰ ਪੀਲੇ। ਸ਼ੇਤ ਸ਼ਿਆਮ ਸਰੋਣਤ ਪੁਨ ਪੀਤਾ। ਤੇ ਸ਼ਿਆਮ ਕਾਲੇ, ਚਿੱਟੇ ਕਾਲੇ ਲਾਲ ਤੇ ਪੀਲੇ ਰੰਗ ਦੇ ਜੋ ਫੁੱਲ ਹਨ। ਬਿਗਸੇ ਕੁਸਮ ਨਵੀਨੀ ਰੀਤਾ। ਨਵੀਂ ਹੀ ਤਰੀਕੇ ਦੇ ਨਾਲ ਬੜੇ ਹੀ ਫੁੱਲ ਜਿਹੜੇ ਇਹਨਾਂ ਰੰਗਾਂ ਦੇ ਖਿੜੇ ਨੇ। ਤਰ ਸ਼ਾਖਾ ਪਰ ਮੰਜਰੀ ਸੋਹੀ। ਤੇ ਜਿਹੜੀਆਂ ਇਸ ਪ੍ਰਕਾਰ ਬ੍ਰਿਖਸ਼ਾਂ ਦੀਆਂ ਡਾਹਣੀਆਂ ਹਨ ਉਹਨਾਂ ਉੱਤੇ ਪਈਆਂ ਹੋਈਆਂ ਫਲ ਦੀਆਂ ਮੁੰਜਰਾਂ ਬੜੀਆਂ ਸ਼ੋਭਦੀਆਂ ਨੇ। ਮਨਹੁ ਧਰੀਕ ਲੱਗੀ ਮਨ ਮੋਹੀ। ਨਹੀਂ ਦੋਰੇ ਪੜੋ। ਮਨਹੁ ਧਰੀਕ ਲੱਗੀ ਮਨ ਮੋਹੀ। ਤਰੀਕ ਨਹੀਂ ਪਾਠ ਹੋਣਾ, ਫਿਰ ਧਰੀ ਪਾਠ ਫਿਰ ਪੜੋ। ਮਨਹੁ ਧਰੀ ਕਲਗੀ ਮਨ ਮੋਹੀ। ਮਨੋ ਧਰੀ ਕਲਗੀ ਮਨ ਮੋਹੀ। ਇਉਂ ਲੱਗ ਰਿਹਾ ਜਿਵੇਂ ਉਹਨਾਂ ਦੇ ਕਲਗੀ ਜਿਹੜੀ ਹੈ ਧਰੀ ਹੋਈ ਸਿਰ ਦੇ ਉੱਤੇ ਮਨ ਨੂੰ ਮੋਹਣ ਵਾਲੀ ਇਉਂ ਮੁੰਜਰਾਂ ਫੱਬ ਰਹੀਆਂ। ਵੇਖ ਕੇ ਪਾਠ ਕਰਿਆ ਕਰੋ। ਤੋ ਇਸ ਪ੍ਰਕਾਰ ਕਵੀਰਾਜ ਕਹਿੰਦੇ ਆ ਇਉਂ ਫੱਬ ਰਹੀਆਂ ਹਨ ਉਹ ਮੁੰਜਰਾਂ ਜਿਵੇਂ ਰੁੱਖਾਂ ਦੇ ਉੱਤੇ ਧਰੀ ਹੋਈ ਕਲਗੀ ਬੜੀ ਹੀ ਸੋਭਾ ਪਾ ਰਹੀ ਹੈ ਤੇ ਮਨ ਨੂੰ ਮੋਹ ਰਹੀ ਹੋਵੇ। ਅਸ ਬਿਦ ਜਹ ਬਨ ਬੜ ਛਬ ਧਾਰੀ। ਅਸ ਇਸ ਤਰੀਕੇ ਨਾਲ ਜਿੱਥੇ ਬਹੁਤ ਜ਼ਿਆਦਾ ਜੰਗਲ ਬਹੁਤ ਭਾਰੀ ਸੋਭਾ ਨੂੰ ਧਾਰਨ ਕਰ ਰਿਹਾ, ਭਾਵ ਇੰਨਾ ਸੁਹੱਪਣ ਛਾ ਰਿਹਾ ਹੈ, ਐਸਾ ਧਰਤੀ ਦੇ ਉੱਤੇ ਨਜ਼ਾਰਾ ਬੱਝਾ ਹੋਇਆ ਬਸੰਤ ਰੁੱਤ ਦਾ। ਵਿਚਰਤ ਤਹ ਨਾਨਕ ਸੁਖਕਾਰੀ। ਸੁਖ ਦੇ ਸਹਿਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਸੁੰਦਰ ਉਪਬਨ ਦੇ ਅੰਦਰ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਆ ਗਰੀਬ ਨਵਾਜ, ਜੋ ਸੁੱਖਾਂ ਨੂੰ ਦੇਣ ਵਾਲੇ ਹਨ ਸੱਚੇ ਪਾਤਸ਼ਾਹ ਜੀ। ਮਾਸ ਵਿਸਾਖ ਵਿਖੇ ਗੁਣ ਐਨਾ। ਤੇ ਵਿਸਾਖ ਦੇ ਮਹੀਨੇ ਵਿੱਚ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਚਾਰੇ ਤਹਾਂ ਮਹਿਕ ਪੁੰਨ ਧੇਨਾ। ਤੇ ਉਥੇ ਮਹਾਰਾਜ ਗਊਆਂ ਤੇ ਮੱਝਾਂ ਦੇ ਤਾਈਂ ਸੱਚੇ ਪਾਤਸ਼ਾਹ ਜੀ ਚਾਰਦੇ ਆ। ਮ੍ਰਿਦੁਲ ਹਰਤ ਜੇ ਤਿਰਣ ਨਵੀਨਾ। ਜਿਹੜਾ ਮਿਰਦਲ ਕੋਮਲ ਹਰਾ ਤੇ ਨਵਾਂ ਘਾਹ ਹੈ। ਦੇਖ ਚਰਾਵਹਿ ਦਾਨੀ ਦੀਨਾ। ਤੇ ਇਉਂ ਅਨਾਥਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਵੇਖ ਵੇਖ ਕੇ ਉਹ ਸੋਹਣਾ ਘਾਹ ਜਿਹੜਾ ਹਰਿਆ ਕੋਮਲ ਮੱਝਾਂ ਦੇ ਗਾਵਾਂ ਦੇ ਤਾਈਂ ਸੱਚੇ ਪਾਤਸ਼ਾਹ ਜੀ ਚਰਾਉਂਦੇ ਆ। ਜਬ ਬਾਸੁਰ ਜੁਗ ਜਾਮ ਬਿਤਾਇਓ ਤਾ। ਤੇ ਇਸ ਪ੍ਰਕਾਰ ਜਦੋਂ ਬਾਸੁਰ ਦਿਨ ਜਿਹੜਾ ਹੈ
ਫਿਰ ਪੜੋ। ਜਬ ਬਾਸਰ ਜੁਗ ਜਾਮ ਬਿਤੁਆਯੋਤਾ। ਜਦੋਂ ਦਿਨ ਜਿਹੜਾ ਹੈ ਦੋ ਪਹਿਰ ਇਸ ਪ੍ਰਕਾਰ ਜਿਹੜਾ ਹੈ ਬਤੀਤ ਹੋਇਆ ਹੈ, ਜੁਗ ਜਾਮ ਭਾਵ ਜੁਗ ਦੋਤ ਜਾਮ ਪਹਿਰ ਬਤੀਤ ਹੋਇਆ, ਜਦੋਂ ਚੜਿਆ ਹੋਇਆ ਦਿਨ। ਮਾਰ ਤੰਡ ਕੀ ਚੰਡ ਦਇਓਤਾ। ਤੇ ਜਿਹੜਾ ਮਾਰਤੰਡ ਸੂਰਜ ਹੈ ਉਹਦੀ ਦੇਵਤਾ ਜਿਹੜੀ ਧੁੱਪ ਹੈ ਉਹ ਚੰਡ ਬੜੀ ਤਿੱਖੀ ਤੇ ਸਮੇਂ ਪੈਣ ਲੱਗੀ। ਸ਼ਰਮਤ ਕਛੁਕ ਹੋਏ ਕਰ ਅਲਸਾਏ। ਤੇ ਕੁਝ ਕੁ ਥਕਾਵਟ ਦੇ ਸਹਿਤ ਹੋ ਕਰਕੇ ਸਤਿਗੁਰੂ ਜੀ ਦਾ ਸਰੀਰ ਜਿਹੜਾ ਹੈ ਉਹ ਆਲਸ ਦੇ ਸਹਿਤ ਹੋਇਆ ਏ। ਚਾਰਤ ਧੇਨ ਟਿਕੇ ਇਕ ਥਾਏ। ਚਾਰਦਿਆਂ ਹੋਇਆਂ ਗਊਆਂ ਮੱਝਾਂ ਨੂੰ ਸੱਚੇ ਪਾਤਸ਼ਾਹ ਜੀ ਇੱਕ ਥਾਂ ਤੇ ਰੁਕ ਗਏ। ਬਿਖ ਕਰ ਬਰ ਤਰਵਰ ਕੀ ਛਾਇਆ। ਵੇਖ ਕਰਕੇ ਸ੍ਰੇਸ਼ਟ ਇੱਕ ਰੁੱਖ ਦੀ ਸੋਹਣੀ ਛਾਂ। ਸੈਨ ਕਰਨ ਹਿਤ ਚਿਤ ਬਿਰਮਾਇਆ। ਆਰਾਮ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਦਾ ਦਿਲ ਕੀਤਾ। ਮੰਦ ਸੁਗੰਧ ਸੀਤ ਬਹਿ ਪਾਉਨਾ। ਤੇ ਬਹੁਤ ਸੋਹਣੀ ਜਿਹੜੀ ਆ ਹੌਲੀ ਹੌਲੀ ਤੇ ਸੁਗੰਧੀ ਵਾਲੀ ਠੰਡੀ ਠੰਡੀ ਹਵਾ ਜਿਹੜੀ ਉਹ ਚੱਲਦੀ ਆ। ਮ੍ਰਿਦਲ ਸੋ ਦਲ ਲੈ ਕੀਨ ਬਿਛਾਉਨਾ। ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਜਿਹੜੇ ਸੀ ਨਾ ਪੋਲੇ ਪੋਲੇ ਕੋਮਲ ਪੱਤੇ ਉਹ ਲੈ ਕਰਕੇ ਥੱਲੇ ਵਿਛਾਉਣਾ ਕੀਤਾ। ਤਾਂ ਪਰ ਬਸਤਰ ਬਿਛਾਇਓ ਸਵੇਤਾ। ਤੇ ਉਹਦੇ ਉੱਪਰ ਸਤਿਗੁਰਾਂ ਜੀ ਨੇ ਚਿੱਟਾ ਜਿਹੜਾ ਵਸਤਰ ਸੀਗਾ ਗਰੀਬ ਨਵਾਜ ਜੀ ਨੇ ਉਹ ਵਿਛਾਉਣਾ ਕੀਤਾ। ਪੌੜ ਰਹੇ ਪੁਨ ਕਿਰਪਾ ਨਿਕੇਤਾ। ਕਿਰਪਾ ਦੇ ਘਰ ਸੱਚੇ ਪਾਤਸ਼ਾਹ ਜੀ ਉਸ ਵਿਛਾਉਣੇ ਦੇ ਉੱਪਰ ਫਿਰ ਮਹਾਰਾਜ ਜੀ ਬਰਾਜ ਗਏ। ਭਏ ਨੀਂਦ ਵਸ ਮੁੰਦਰਤ ਲੋਚਨ। ਅੱਖਾਂ ਮੀਟ ਕਰਕੇ ਸੱਚੇ ਪਾਤਸ਼ਾਹ ਜੀ ਨੀਂਦ ਦੇ ਵਸ ਹੋ ਗਏ। ਕਰੁਣਾ ਖਾਨ ਜੇ ਸੋਚ ਬਿਮੋਚਨ। ਐਸੇ ਕਿਰਪਾ ਦੇ ਘਰ ਜਿਹੜੇ ਸੋਚਾਂ ਨੂੰ ਕੱਟ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਇਹ ਲੀਲਾ ਕੌਤਕ ਕਰਨ ਲਈ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਅਵਤਰੇ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਉਂ ਕੁਝ ਕੁ ਸਮਾਂ ਜਿਹੜਾ ਹੈ ਬਰਾਜ ਗਏ। ਗਰੀਬ ਨਵਾਜ ਜੀ ਨੇਤਰ ਬੰਦ ਕਰ ਲਏ ਤੇ ਨੀਂਦ ਦੇ ਸਹਿਤ ਹੋਏ ਹਨ। ਖਟ ਘਟਕਾ ਜਬ ਸੋਤੇ ਬੀਤੀ। ਜਦੋਂ 6 ਘੜੀਆਂ ਮਹਾਰਾਜ ਜੀ ਨੂੰ ਬਰਾਜਿਆਂ ਹੋਇਆਂ ਬਤੀਤ ਹੋ ਗਈਆਂ। ਤਰਵਰ ਕੀ ਛਾਇਆ ਵਿਪਰੀਤੀ। ਜਿਹੜਾ ਤਰਵਰ ਬ੍ਰਿਕਸ਼ ਵਾ ਉਹਦੀ ਛਾਂ ਜਿਹੜੀ ਸੀ ਨਾ ਉਹ ਫਿਰ ਵਿਪਰੀਤ ਹੋ ਗਈ, ਭਾਵ ਛਾਂ ਜਿਹੜੀ ਸੀ ਉਹ ਪਲਟ ਗਈ। ਪਸ਼ਚਮ ਦਿਸ਼ਾ ਤਰਨ ਬਹੁ ਜਾਵਾ। ਜਦੋਂ ਸੂਰਜ ਜਿਹੜਾ ਸੀ ਬਹੁਤਾ ਪਸ਼ਚਮ ਜੀ ਦਿਸ਼ਾ ਵੱਲ ਨੂੰ ਚਲਿਆ ਗਿਆ। ਮੁਖ ਪੰਕਜ ਪਰ ਆਤਪ ਆਵਾ। ਸਤਿਗੁਰਾਂ ਜੀ ਦੇ ਪਵਿੱਤਰ ਕਮਲ ਸ਼੍ਰੀ ਕੇ ਮੁਖ ਦੇ ਉੱਤੇ ਧੁੱਪ ਆ ਗਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਰਾਜੇ ਹੋਏ ਆ, ਰੁੱਖ ਦੀ ਛਾਂ ਪਲਟ ਗਈ ਹੈ ਤੇ ਮਹਾਰਾਜ ਜੀ ਦੇ ਕਮਲ ਸ਼੍ਰੀ ਕੇ ਮੁਖੜੇ ਦੇ ਉੱਤੇ ਧੁੱਪ ਆ ਕੇ ਪੈ ਰਹੀ ਹੈ। ਸਵੇਦੰਗ ਬਿੰਦ ਬੂੰਦ ਮਕਰੰਦਾ। ਜਿਹੜੀਆਂ ਪਸੀਨੇ ਦੀਆਂ ਬੂੰਦਾਂ ਹਨ ਨਾ ਸ਼੍ਰੀ ਗੁਰੂ ਜੀ ਦੇ ਮੁਖੜੇ ਦੇ ਉੱਤੇ, ਕਵੀ ਰਾਜ ਕਹਿੰਦੇ ਇਉਂ ਲੱਗ ਰਿਹਾ ਹੈ ਜਿਵੇਂ ਮਕਰੰਦ ਰਸ ਦੀਆਂ ਬੂੰਦਾਂ ਹੋਣ। ਰਾਜਤ ਜਿਵ ਪਾਂਤਨ ਅਰਬਿੰਦਾ। ਜਿਵੇਂ ਕਮਲ ਫੁੱਲ ਦੇ ਪੱਤਿਆਂ ਦੇ ਉੱਤੇ ਫੱਬਦੀਆਂ ਨਾ ਮਕਰੰਦ ਰਸ ਦੀਆਂ ਬੂੰਦਾਂ, ਇਵੇਂ ਸ੍ਰੀ ਗੁਰੂ ਜੀ ਦਾ ਮੁਖ ਤਾਂ ਕਮਲ ਦੀ ਤਰ੍ਹਾਂ ਹੈ ਤੇ ਪਸੀਨੇ ਦੀਆਂ ਉਹ ਬੂੰਦਾਂ ਜਿਹੜੀਆਂ ਹਨ ਉਹ ਮਕਰੰਦ ਰਸ ਦੀ ਤਰ੍ਹਾਂ ਫੱਬ ਰਹੀਆਂ ਨੇ। ਕਿਦੋ ਚੰਦਰਮਾ ਮੰਡਲ ਮਾਹੀ। ਕਿਦੋਂ ਜਾਂ ਕਹਿੰਦੇ ਜਾਣੋ ਕਿ ਚੰਦਰਮਾ ਦੇ ਆਕਾਰ ਦੇ ਅੰਦਰੋਂ ਸ੍ਰੀ ਗੁਰੂ ਜੀ ਦਾ ਮੁਖ ਇੱਥੇ ਚੰਦਰਮਾ ਦੀ ਤਰ੍ਹਾਂ ਵੀ ਕਥਨ ਕੀਤਾ ਹੈ, ਫੁੱਲ ਦੀ ਤਰ੍ਹਾਂ ਵੀ ਕਥਨ ਕੀਤਾ ਹੈ। ਪਰ ਕਵੀ ਰਾਜ ਜੀ ਨੇ ਇਹ ਦ੍ਰਿਸ਼ਟਾਂਤ ਇੱਕ ਅੰਗੀ ਧਰੇ ਹੈ। ਆਖਿਆ ਨਾ ਤਾਂ ਕਮਲ ਸ੍ਰੀ ਗੁਰੂ ਜੀ ਦੇ ਮੁਖ ਦੀ ਬਰਾਬਰੀ ਕਰ ਸਕਦਾ ਹੈ, ਨਾ ਹੀ ਚੰਦਰਮਾ ਸ੍ਰੀ ਗੁਰੂ ਜੀ ਦੇ ਮੁਖ ਦੀ ਬਰਾਬਰੀ ਕਰ ਸਕਦਾ ਹੈ। ਪਰ ਉੱਥੇ ਸੋਭਾ ਜਿਹੜੀ ਹੈ ਨਾ ਉਹ ਕੇਵਲ ਸੁੰਦਰਤਾ ਤੋਂ ਧਰੀ ਹੈ। ਤੇ ਇੱਥੇ ਜਿਵੇਂ ਮਕਰੰਦ ਰਸ ਜਿਹੜਾ ਸ੍ਰੀ ਗੁਰੂ ਜੀ ਦੇ ਮੁਖੜੇ ਤੇ ਆਇਆ ਹੋਇਆ ਪਸੀਨੇ ਦੀਆਂ ਉਹ ਬੂੰਦਾਂ, ਇੱਥੇ ਹੁਣ ਕਵੀ ਰਾਜ ਕਹਿੰਦੇ ਆ ਜਾਣਨਾ ਕਰੋ ਜਿਵੇਂ ਚੰਦਰਮਾ ਦੇ ਮੰਡਲ ਆਕਾਰ ਦੇ ਵਿੱਚੋਂ। ਕਿਨ ਕਾ ਸ਼ਰਬਤ ਪਿਊਖ ਸੁਹਾਹੀ। ਜਿਵੇਂ ਪਿਊਖ ਅੰਮ੍ਰਿਤ ਦੀਆਂ ਜਿਹੜੀਆਂ ਬੂੰਦਾਂ ਹਨ, ਅੰਮ੍ਰਿਤ ਦੇ ਜਿਹੜੇ ਕਿਣਕੇ ਹਨ ਉਹੀ ਜਿਵੇਂ ਟਪਕ ਰਹੇ ਹੋਣ, ਇਵੇਂ ਸੱਚੇ ਪਾਤਸ਼ਾਹ ਜੀ ਦਾ ਮੁਖ ਤਾਂ ਚੰਦਰਮਾ ਦੀ ਤਰ੍ਹਾਂ ਤੇ ਪਸੀਨੇ ਦੀਆਂ ਬੂੰਦਾਂ ਕਹਿੰਦੇ ਜਿਵੇਂ ਅੰਮ੍ਰਿਤ ਦੀਆਂ ਬੂੰਦਾਂ ਟਪਕ ਰਹੀਆਂ ਹੋਣ, ਸਰਵ ਰਹੀਆਂ ਹੋਣ, ਇਸ ਤਰ੍ਹਾਂ ਪ੍ਰਤੀਤ ਹੁੰਦਾ ਏ। ਸੇਖ ਨਾਗ ਲਖ ਸੈਨ ਮਿਲਾਪੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਉਂ ਸੇਜਾ ਦਾ ਮੇਲੀ ਜਿਹੜਾ ਸੀ ਜਾਣ ਕਰਕੇ ਜਿਹੜਾ ਸ਼ੇਸ਼ ਨਾਗ ਹੈ। ਆਤਪ ਉਥ ਪਿਓ ਇਉ ਉਰ ਥਾਪੀ। ਇਸ ਤਰ੍ਹਾਂ ਉਹਨੇ ਆਪਣੇ ਮਨ ਦੇ ਅੰਦਰ ਥਾਪਣਾ ਕੀਤਾ, ਭਾਵ ਸੋਚਣਾ ਕੀਤਾ ਕਿ ਸ੍ਰੀ ਗੁਰੂ ਜੀ ਦੇ ਮੁਖ ਦੇ ਉੱਤੇ ਜਿਹੜੀ ਧੁੱਪ ਪੈ ਰਹੀ ਹੈ
ਉਹ ਮੈਂ ਦੂਰ ਕਰਾਂ ਜਾ ਕਰਕੇ। ਸਵੇਤ ਵਰਨ ਗੋ ਦਗਦ ਨਵੀਨਾ। ਇਹੋ ਜਿਹਾ ਰੂਪ ਧਾਰਿਆ ਸ਼ੇਸ਼ਨਾਗ ਨੇ ਕਿ ਇਸ ਪ੍ਰਕਾਰ ਜਿਹੜਾ ਸਵੇਤ ਵਰਨ ਚਿੱਟਾ ਰੰਗ ਹੈ, ਕੈਸਾ? ਗਊ ਦੇ ਦੁੱਧ ਵਰਗਾ ਚਿੱਟਾ ਰੰਗ ਜਿਹੜਾ ਹੈ ਉਹ ਹੈ ਸ਼ੇਸ਼ਨਾਗ ਦਾ। ਧਰ ਦੂਸਰ ਤਨ ਆਪ ਪ੍ਰਬੀਨਾ। ਇਹ ਦੂਸਰਾ ਹੀ ਰੂਪ ਧਾਰ ਕਰਕੇ ਆ ਗਿਆ ਹੈ ਸੇਵਾ ਕਰਨ ਲਈ, ਬੜਾ ਸਿਆਣਾ ਇਹ ਸ਼ੇਸ਼ਨਾਗ। ਸੁੰਦਰ ਸੁਖ ਮੰਦਰ ਕੋ ਦੇਖੀ। ਜਦੋਂ ਸੁੰਦਰਤਾ ਮਹਾਰਾਜ ਦੇ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਦੀ ਵੇਖੀ, ਨਿਰੰਕਾਰ ਨੇ ਸਰਗੁਣ ਰੂਪ ਧਾਰਿਆ। ਸ਼ੇਸ਼ਨਾਗ ਦਾ ਵੀ ਦਿਲ ਕਾਰਿਆ ਕਿ ਮੈਂ ਵੀ ਸੇਵਾ ਕਰ ਲਵਾਂ, ਮੈਂ ਵੀ ਦਰਸ਼ਨ ਕਰਾਂ। ਜਦੋਂ ਸ੍ਰੀ ਗੁਰੂ ਜੀ ਨੂੰ ਬਰਾਜਿਆ ਹੋਇਆ ਸ਼ੇਸ਼ਨਾਗ ਨੇ ਵੇਖਿਆ, ਮਹਾਰਾਜ ਦਾ ਦਰਸ਼ਨ ਕੀਤਾ। ਕੀਨ ਬੰਦਨਾ ਪ੍ਰੀਤ ਬਸੇਖੀ। ਬਹੁਤ ਪਿਆਰ ਦੇ ਨਾਲ ਸ਼ੇਸ਼ਨਾਗ ਨੇ ਸ੍ਰੀ ਗੁਰੂ ਜੀ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ। ਬਹਰੋ ਤੀਨ ਪ੍ਰਦਛਨਾ ਦੀਨੀ। ਬਹਰੋ ਫਿਰ 3 ਪਰਕਰਮਾਂ ਜਿਹੜੀਆਂ ਸੀ ਨਾ ਮਹਾਰਾਜ ਜਿੱਥੇ ਬਰਾਜੇ ਹੋਏ ਐ, ਸ਼ੇਸ਼ਨਾਗ ਨੇ 3 ਪਰਕਰਮਾਂ ਸਤਿਗੁਰਾਂ ਜੀ ਦੀਆਂ ਕੀਤੀਆਂ। ਸੀਸ ਦਿਸ਼ਾ ਨਿਜ ਇਸ ਸਥਿਤ ਕੀਨੀ। ਤੇ ਆਪਣੀ ਦੇਹ ਨੂੰ ਫਿਰ ਮਹਾਰਾਜ ਦੇ ਸ਼ੀਸ਼ ਵਾਲੇ ਪਾਸੇ ਅਸਥਿਤ ਕਰ ਲਿਆ, ਭਾਵ ਟਿਕ ਗਿਆ, ਖਲੋ ਗਿਆ ਆ ਕਰਕੇ ਸ਼ੇਸ਼ਨਾਗ ਮਹਾਰਾਜ ਜੀ ਦੇ ਸੀਸ ਵਾਲੇ ਪਾਸੇ। ਹੇਤ ਛਾਉ ਕੇ ਫਨ ਬਿਸਥਾਰਾ। ਤੇ ਹਜੂਰ ਦੇ ਪਵਿੱਤਰ ਮੁਖੜੇ ਦੇ ਉੱਤੇ ਛਾਂ ਕਰਨ ਲਈ ਸ਼ੇਸ਼ਨਾਗ ਨੇ ਫਿਰ ਆਪਣੇ ਚੌੜੇ ਫਨ ਦਾ ਵਿਸਥਾਰ ਕੀਤਾ। ਬਹੁਤ ਭਾਰੀ ਜਿਹੜੀ ਫਨ ਸੀ ਤੇ ਸਮੇਂ ਫਲਾ ਲਈ। ਅਤ ਉਜਲ ਜਿਵ ਸੁਰ ਸਰ ਧਾਰਾ। ਇੰਨਾ ਉਜਲ ਚਿੱਟਾ ਜਿਹੜਾ ਹੈ ਉਹਦਾ ਸਰੂਪ ਹੈ, ਜਿਵੇਂ ਗੰਗਾ ਨੇ ਧਾਰਾ ਹੀ ਪ੍ਰਗਟ ਕੀਤੀ ਹੋਵੇ, ਐਵੇਂ ਗੰਗਾ ਦੀ ਧਾਰਾ ਜਿਵੇਂ ਉਜਲ ਹੁੰਦੀ ਹੈ, ਇਸ ਤਰ੍ਹਾਂ ਦਾ ਉਜਲ ਜਿਹੜਾ ਹੈ ਰੰਗ ਹੈ ਪ੍ਰਕਾਸ਼ਮਈ ਉਸ ਸ਼ੇਸ਼ਨਾਗ ਦਾ। ਉੱਚੋ ਫਨ ਅਸ ਸੋਭਾ ਪਾਈ। ਉੱਚਾ ਖਿਲਰਿਆ ਹੋਇਆ ਚੌੜਾ ਫਨ ਇਸ ਤਰ੍ਹਾਂ ਸੋਭਾ ਪਾ ਰਿਹਾ ਏ ਕਿਦੋ ਸਿੰਧ ਸੀ ਸੈਨ ਬਣਾਈ। ਕਿ ਜਿਵੇਂ ਸਮੁੰਦਰ ਵਰਗੀ ਹੀ ਸੈਨ ਸੇਜਾ ਜਿਹੜੀ ਆ ਬਣਾ ਦਿੱਤੀ ਹੋਵੇ। ਸਭ ਸਰੀਰ ਪਰ ਜਿਸ ਕੀ ਛਾਇਆ। ਸਤਿਗੁਰਾਂ ਜੀ ਦੇ ਸਾਰੇ ਸਰੀਰ ਦੇ ਉੱਤੇ ਜਿਸ ਜਿਹੜੀ ਹੈ ਸ਼ੇਸ਼ਨਾਗ ਦੇ ਫਨ ਦੀ ਛਾਂ ਪੈ ਰਹੀ ਹੈ। ਜੜ ਸਾਥਿਰ ਨਹਿ ਨੈਕ ਡੁਲਾਇਆ। ਜੜ ਵਰਗਾ ਜਿਵੇਂ ਕੋਈ ਮੂਰਤ ਹੁੰਦੀ ਹੈ ਨਾ, ਇਸ ਤਰ੍ਹਾਂ ਟਿਕ ਗਿਆ ਸ਼ੇਸ਼ਨਾਗ। ਥੋੜਾ ਜਿੰਨਾ ਵੀ ਆਪਣੇ ਸਰੀਰ ਨੂੰ ਉਸ ਹਿਲਾਇਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਤੇ ਪਵਿੱਤਰ ਮੁਖ ਦੇ ਉੱਤੇ ਛਾਂ ਕਰਦਿਆਂ ਹੋਇਆਂ ਥੋੜਾ ਜਿਹਾ ਵੀ ਸ਼ੇਸ਼ਨਾਗ ਨੇ ਆਪਣੇ ਆਪ ਨੂੰ ਹਿਲਾਇਆ ਨਹੀਂ। ਜੜ ਵਾਂਗੂ ਜਿਹੜਾ ਹੈ ਜਿਵੇਂ ਸਥਿਰ ਹੋ ਜਾਂਦਾ ਹੈ, ਇਸ ਤਰ੍ਹਾਂ ਟਿਕ ਗਿਆ ਹੈ। ਅਸ ਬਿਦ ਕਿੰਚਿਤ ਕਾਲ ਬਤੀਤਾ। ਇਸ ਤਰੀਕੇ ਨਾਲ ਜਦੋਂ ਕਿੰਨਾ ਕੁ ਸਮਾਂ ਬਤੀਤ ਹੋਇਆ, ਕੀਏ ਛਾਓ ਅਤ ਹਰਖਤ ਚੀਤਾ। ਤੇ ਕੀਤੀ ਹੋਈ ਹੈ ਛਾਂ ਇਸ ਸ਼ੇਸ਼ਨਾਗ ਨੇ, ਤੇ ਹਿਰਦੇ ਵਿੱਚ ਬੜਾ ਹੀ ਖੁਸ਼ ਹੈ ਕਿਉਂਕਿ ਸੇਵਾ ਮਿਲੀ ਹੈ ਮਾਲਕ ਦੀ। ਬਹੁਤ ਪ੍ਰਸੰਨ ਹੈ ਸ਼ੇਸ਼ਨਾਗ। ਸ੍ਰੀ ਗੁਰੂ ਜੀ ਦੇ ਪਵਿੱਤਰ ਮੁਖਾਰ ਬਿੰਦ ਦੇ ਉੱਤੇ ਛਾਂ ਕਰਕੇ ਉਹ ਅਡੋਲ ਖੜਾ ਏ। ਤਲਵੰਡੀ ਨ੍ਰਿਪ ਰਾਏ ਬੁਲਾਰੂ। ਜੋ ਤਲਵੰਡੀ ਦੇ ਰਾਜੇ ਹਨ ਰਾਏ ਬੁਲਾਰ ਜੀ। ਸੋ ਸੈ ਸੈਨ ਕਿਤ ਅਨਤ ਪਧਾਰੂ। ਉਹ ਸਹਿਤ ਸੈਨਾ ਦੇ ਸਮੇਤ ਕਿਤੇ ਹੋਰ ਗਏ ਹੋਏ ਸਨ, ਕਿਤੇ ਪਾਸੇ ਨੂੰ। ਤਿਹ ਵੇਲਾ ਤਹ ਚਲ ਕਰ ਆਏ। ਇਸ ਵੇਲੇ ਤੇ ਸਮੇਂ ਉਹ ਚੱਲ ਕਰਕੇ ਉਧਰੋਂ ਦੀ ਆ ਰਹੇ ਨੇ। ਜਿਹ ਕੋ ਜਾਗਿਓ ਭਾਗ ਸੁਹਾਏ। ਤੇ ਰਾਏ ਬੁਲਾਰ ਜੀ ਜਿਨ੍ਹਾਂ ਦੇ ਵੱਡੇ ਸੋਹਣੇ ਭਾਗ ਜਾਗ ਪਏ ਹਨ। ਅਨੀ ਤੁਰੰਗਮ ਸੰਗ ਸੁਰੰਗਾ। ਤੇ ਬਹੁਤ ਸਾਰੀ ਘੋੜਿਆਂ ਦੀ ਸੈਨਾ ਹੈ ਨਾਲ, ਸਹਿਤ ਆਨੰਦ ਦੇ ਚਲੇ ਆ ਰਹੇ ਹੈ। ਆਵਹਿ ਨਗਰ ਹੈ ਅੰਗ ਉਮੰਗਾ। ਜਿਨ੍ਹਾਂ ਦੇ ਅੰਗ ਵਿੱਚ ਉਮੰਗਾ ਖੁਸ਼ੀ ਹੈ, ਆਪਣੇ ਨਗਰ ਨੂੰ ਬੜੇ ਪ੍ਰਸੰਨ ਚਿੱਤ ਜਿਹੜੇ ਰਾਏ ਬੁਲਾਰ ਜੀ ਸੈਨਾ ਦੇ ਸਮੇਤ ਚਲੇ ਆ ਰਹੇ ਹੈ। ਦੇਖ ਨਾਗ ਕੋ ਕੀਏ ਅਨੁਮਾਨਾ। ਤੇ ਦੂਰੋਂ ਹੀ ਜਿਹੜਾ ਉਹ ਨਾਗ, ਹੁਣ ਸ਼ੇਸ਼ਨਾਗ ਐਡਾ ਫਨ ਵਿਸਤਾਰ ਹੈ ਜਿਹਦਾ, ਤੇ ਉਹ ਵੇਖ ਲਿਆ ਰਾਏ ਜੀ ਨੇ। ਜਦੋਂ ਦੂਰੋਂ ਵੇਖਿਆ ਤੇ ਅਨੁਮਾਨ ਕੀਤਾ। ਉਜਲ ਪਟ ਆਤਪ ਤੇ ਤਾਨਾ। ਤੇ ਦੂਰੋਂ ਇਉਂ ਜਿਹੜਾ ਸੀ ਮਹਿਸੂਸ ਹੋਇਆ ਕਿ ਕਿਸੇ ਨੇ ਨਾ ਧੁੱਪ ਤੋਂ ਜਿਵੇਂ ਚਿੱਟਾ ਕੱਪੜਾ ਤਾਣਿਆ ਹੋਵੇ ਕਿ ਧੁੱਪ ਨਾ ਪਵੇ। ਇਸ ਤਰ੍ਹਾਂ ਰਾਏ ਬੁਲਾਰ ਜੀ ਅਨੁਮਾਨ ਕਰ ਰਹੇ ਆ ਕਿ ਚਿੱਟਾ ਕੱਪੜਾ ਕਿਸ ਨੇ ਤਾਣਿਆ ਧੁੱਪ ਤੋਂ ਬਚਣ ਲਈ। ਤਰਵਰ ਕੀ ਛਾਇਆ ਬਰ ਤਿਆਗੀ। ਇੰਨੀ ਸੋਹਣੀ ਸ੍ਰੇਸ਼ਟ ਰੁੱਖਾਂ ਦੀ ਛਾਂ ਹੈ, ਉੱਥੇ ਹੀ ਆਰਾਮ ਕਰ ਲੈਣਾ ਚਾਹੀਦਾ ਸੀ, ਪਰ ਇਹ ਰੁੱਖਾਂ ਦੀ ਛਾਂ ਜਿਹੜੀ ਹੈ ਬਰ ਸ੍ਰੇਸ਼ਟ, ਇਹ ਤਿਆਗ ਕਰਕੇ ਤੇ ਕੱਪੜੇ ਦਾ ਜਿਹੜਾ ਹੈ ਉਹ ਜਿਹੜਾ ਛਾਇਆ ਉਹ ਕਿਸੇ ਨੇ ਕੀਤਾ ਏ। ਵਟ ਓਟਨ ਕਿਉ ਭਾ ਅਨੁਰਾਗੀ। ਕਿਉਂ ਇਹ ਕੱਪੜੇ ਦਾ ਜਿਹੜਾ ਹੈ
ਆਸਰਾ ਲੈ ਕਰਕੇ ਤੇ ਛਾਂ ਕਰਕੇ ਕੋਈ ਸੌਣ ਦਾ ਪ੍ਰੇਮੀ ਹੋਇਆ ਏ। ਅਸ ਵਿਚਾਰ ਕਰਤਿਓ ਢਿਗ ਆਵਾ। ਇਸ ਤਰ੍ਹਾਂ ਸੋਚਦੇ ਸੋਚਦੇ ਰਾਏ ਬੁਲਾਰ ਜੀ ਹੌਲੀ ਹੌਲੀ ਨੇੜੇ ਚਲੇ ਆ ਰਹੇ ਐ। ਰਸਨਾ ਫਰਕਤ ਮੁਖ ਦ੍ਰਿਸ਼ਟਾਵਾ। ਪਰ ਜਦੋਂ ਵੇਖਿਆ ਰਾਏ ਬੁਲਾਰ ਜੀ ਨੇ ਤੇ ਸ਼ੇਸ਼ ਨਾਗ ਦਾ ਮੂੰਹ ਦਿਸਿਆ, ਜਾਗਦੀਆਂ ਹੋਈਆਂ ਅੱਖਾਂ ਦਿਸੀਆਂ ਤੇ ਫੜਕਦੀ ਹੋਈ ਰਸਨਾ ਜਿਹੜੀ ਸੀਗੀ ਨਾ, ਉਹ ਰਸਨਾ ਜਿਹੜੀ ਸੀ ਸੱਪ ਦੀ ਹੁੰਦੀ ਆ, ਮੂੰਹ ਅੰਦਰ ਨੂੰ ਕਦੇ ਜਾਂਦੀ ਹੈ, ਜ਼ਬਾਨ ਕਦੇ ਬਾਹਰ ਨੂੰ, ਇਉਂ ਫੜਕਦੀ ਹੋਈ ਰਸਨਾ ਜਿਹੜੀ ਸੀ ਰਾਏ ਬੁਲਾਰ ਜੀ ਨੂੰ ਦਿਸੀ ਹੈ। ਭੋਗੀ ਲਖ ਵੱਡ ਭੋਗਾ ਕਾਰਾ। ਵੇਖ ਲਿਆ ਕਿ ਇਹ ਤਾਂ ਸੱਪ ਹੈ ਵੱਡੇ ਆਕਾਰ ਵਾਲਾ, ਕਰ ਊਚੋ ਆਯੁਤ ਵਿਸਤਾਰਾ। ਤੇ ਬੜਾ ਚੌੜਾ ਇਹਨੇ ਆਪਣਾ ਫਨ ਵਿਸਥਾਰਿਆ ਹੋਇਆ, ਫਨ ਖਿਲਾਰਿਆ ਹੋਇਆ ਏ। ਰਾਏ ਵਿਚਾਰਤ ਔਰ ਭਰਦਾਇਆ। ਤੇ ਰਾਏ ਜੀ ਨੇ ਜਦੋਂ ਸੋਚਿਆ ਤੇ ਹਿਰਦੇ ਵਿੱਚ ਫਿਰ ਦਇਆ ਹੋ ਆਈ, ਕਿਉਂਕਿ ਸ੍ਰੀ ਗੁਰੂ ਜੀ ਨੂੰ ਵੀ ਪਿਆ ਹੋਇਆ ਵੇਖ ਲਿਆ ਹੈ ਤੇ ਉੱਤੇ ਸੱਪ ਫਨ ਖਿਲਾਰੀ ਬੈਠਾ ਹੈ। ਰਾਏ ਜੀ ਦੇ ਮਨ ਦੇ ਅੰਦਰ ਤੇ ਸਮੇਂ ਦਇਆ ਹੋ ਆਈ ਹੈ। ਬਾਰਕ ਮਰਿਓ ਤਾ ਪੰਨਗ ਖਾਇਆ। ਕਹਿੰਦੇ ਨੇ ਇਸ ਪੰਨਗ ਨੇ ਸੱਪ ਨੇ ਡਸ ਲਿਆ ਹੈ, ਖਾ ਲਿਆ ਹੈ, ਤੇ ਬਾਲਕ ਜਿਹੜਾ ਹੈ ਉਹ ਮਰ ਗਿਆ ਹੈ। ਜੇ ਜੀਵਤ ਇਹ ਕੋ ਅਵਤਾਰੀ। ਤੇ ਜੇ ਜਿਉਂਦਾ ਇਹ ਬਾਲਕ, ਤੇ ਰਾਏ ਬੁਲਾਰ ਜੀ ਦਾ ਮਨ ਕਹਿੰਦਾ ਫਿਰ ਇਹ ਕੋਈ ਸਧਾਰਨ ਬਾਲਕ ਨਹੀਂ, ਇਹ ਕੋਈ ਅਵਤਾਰੀ ਪੁਰਖ ਹੈ। ਸਰਪ ਸਵੇਤ ਜਹ ਸੇਵਾਕਾਰੀ। ਐਸਾ ਚਿੱਟਾ ਸੱਪ, ਅਦਭੁਤ ਸੱਪ ਜਿਹੜਾ ਕਦੀ ਵੇਖਿਆ ਹੀ ਨਹੀਂ, ਤੇ ਜਿਨ੍ਹਾਂ ਦੀ ਸੇਵਾ ਵਿੱਚ ਆ ਕਰਕੇ ਹਾਜ਼ਰ ਹੋਇਆ, ਫਿਰ ਤਾਂ ਇਹ ਭਾਈ ਕੋਈ ਅਵਤਾਰੀ ਪੁਰਖ ਹਨ। ਹਿਰਨ ਹਿਤ ਪ੍ਰਿਤ ਨਿਕਟ ਪਠਾਇਆ। ਵੇਖਣ ਵਾਸਤੇ ਰਾਏ ਬੁਲਾਰ ਜੀ ਨੇ ਆਪਣਾ ਇੱਕ ਨੌਕਰ ਜਿਹੜਾ ਸੀ ਉਹ ਨੇੜੇ ਭੇਜਣਾ ਕੀਤਾ। ਤਬ ਜੀਮਗ ਪਾਤਾਲ ਸਿਧਾਇਆ। ਜਦੋਂ ਖੜਕਾ ਹੋਇਆ ਨਾ ਥੋੜਾ ਜਿਹਾ, ਤਦੋਂ ਸੱਪ ਜਿਹੜਾ ਸੀ ਸ਼ੇਸ਼ ਨਾਗ ਉਸੇ ਵੇਲੇ ਪਤਾਲ ਨੂੰ ਜਿਹੜਾ ਸੀ ਚਲਿਆ ਗਿਆ, ਗੁਪਤ ਹੋ ਗਿਆ। ਪੁਨ ਗਾ ਤੋਰ ਤੁਰੰਗ ਮਰਾਉ। ਫਿਰ ਰਾਏ ਬੁਲਾਰ ਜੀ ਆਪਣੇ ਘੋੜੇ ਨੂੰ ਤੋਰ ਕਰਕੇ ਲਾਗੇ ਚਲੇ ਗਏ। ਲਖ ਅਚਰਜ ਪਸਿਅਨ ਚਿਤ ਚਾਉ। ਤੇ ਦੁਬਾਰਾ ਪੜੋ। ਲਖ ਅਚਰਜ ਪਸਿਅਨ ਚਿਤ ਚਾਉ। ਤੇ ਇਉਂ ਬੜਾ ਅਚਰਜ ਹੋ ਕਰਕੇ, ਹੈਰਾਨ ਹੋ ਕਰਕੇ ਵੇਖਣ ਲਈ ਜਿਹੜਾ ਸੀ ਨਾ ਰਾਏ ਬੁਲਾਰ ਜੀ ਅੱਗੇ ਆ ਗਏ। ਨਿਕਟ ਗਏ ਸੁਨ ਖਰਕਾ ਖਰਕੋ। ਤੇ ਇਹ ਜਦੋਂ ਨੇੜੇ ਗਏ ਰਾਏ ਬੁਲਾਰ ਜੀ, ਘੋੜਿਆਂ ਦੀਆਂ ਟਾਪਾਂ ਦਾ ਖੜਕਾ ਆਵਾਜ਼ ਸੁਣ ਕਰਕੇ ਤਨ ਸੁਚੇਤ ਭਾ ਬੇਦੀ ਬਰ ਕੋ। ਤੇ ਬੇਦੀਆਂ ਦੇ ਸ਼੍ਰੇਸ਼ਟ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਕੰਨਾਂ ਵਿੱਚ ਪਈ, ਮਹਾਰਾਜ ਦਾ ਸਰੀਰ ਸੁਚੇਤ ਹੋਇਆ, ਸਤਿਗੁਰੂ ਜੀ ਸਾਵਧਾਨ ਹੋ ਗਏ, ਜਾਗ ਆ ਗਈ। ਲੋਚਨ ਬਿਗਸੇ ਦਲ ਪੁਸ਼ਕਰ ਸੇ। ਸੱਚੇ ਪਾਤਸ਼ਾਹ ਦੇ ਨੇਤਰ ਖੁੱਲੇ ਕੀ ਕਮਲ ਦੀਆਂ ਪੰਖੜੀਆਂ ਵਰਗੇ ਮਹਾਰਾਜ ਦੇ ਨੇਤਰ, ਸੋਹਣੇ ਨੇਤਰ ਸਤਿਗੁਰਾਂ ਜੀ ਦੇ ਖੁੱਲੇ ਆ। ਮੇਚਕ ਤਾਰੇ ਬਰ ਮਦਕੁਰ ਸੇ। ਕਹਿੰਦੇ ਜਿਹੜੀਆਂ ਕਾਲੀਆਂ ਵਿੱਚ ਪੁਤਲੀਆਂ ਹਨ ਨਾ, ਭੌਰਿਆਂ ਦੀ ਤਰ੍ਹਾਂ ਬੜੀਆਂ ਫੱਬਦੀਆਂ ਹਨ। ਟਿਗ ਅਰੂੜ ਅਸ ਹੇਰਿਓ ਰਾਈ। ਤੇ ਜਦੋਂ ਮਹਾਰਾਜ ਜੀ ਨੇ ਵੇਖਿਆ ਕਿ ਸਾਡੇ ਕੋਲ ਤਾਂ ਘੋੜੇ ਤੇ ਸਵਾਰ ਰਾਏ ਬੁਲਾਰ ਜੀ ਖੜੇ ਹਨ, ਭੀਰ ਭਟਨ ਕੀ ਸੰਗ ਸੁਹਾਈ। ਤੇ ਨਾਲ ਜਿਹੜੀ ਹੈ ਸੂਰਬੀਰਾਂ ਦੀ ਸੈਨਾ ਦੀ, ਸੂਰਮਿਆਂ ਦੀ ਭੀੜ ਜਿਹੜੀ ਹੈ ਉਹ ਬੜੀ ਸੋਭ ਰਹੀ ਹੈ। ਉਠ ਤਬ ਸਿਰ ਨਿਵਾਏ ਕੀ ਬੰਧਨ। ਉੱਠ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਿਰ ਨਵਾ ਕੇ ਰਾਏ ਬੁਲਾਰ ਜੀ ਨੂੰ ਬੰਦਨਾ ਕੀਤੀ। ਜੋ ਕਲਮਲ ਕਲ ਕਾਲ ਨਿਕੰਦਨ। ਜੋ ਕਲਯੁਗ ਦੇ ਸਮੇਂ ਦੇ ਵੱਡੇ ਕਲਮਲ ਪਾਪਾਂ ਨੂੰ ਕੱਟਣ ਲਈ ਆਏ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਹਜੂਰ ਨੇ ਰਾਏ ਬੁਲਾਰ ਜੀ ਦਾ ਐਡਾ ਮਾਣ ਕੀਤਾ, ਸਤਿਗੁਰਾਂ ਜੀ ਨੇ ਰਾਏ ਬੁਲਾਰ ਜੀ ਨੂੰ ਨਮਸਕਾਰ ਕੀਤੀ ਹੈ। ਪੁਰ ਪਾਲਕ ਦ੍ਰਤ ਉੱਤਰ ਤਰੰਗਾ। ਤੇ ਉਸੇ ਸਮੇਂ ਜਿਹੜੇ ਪੁਰ ਪਾਲਕ ਭਾਵ ਰਾਏ ਬੁਲਾਰ ਜੀ ਨਗਰ ਦੇ ਰਾਜੇ, ਉਹ ਘੋੜੇ ਤੋਂ ਉਤਰ ਪਏ ਨੇ। ਪਰ ਰੰਬਨ ਗਰ ਸੰਗ ਉਮੰਗਾ। ਬੜੇ ਉਮੰਗ ਦੇ ਸਹਿਤ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਗਲ ਲਾ ਲਿਆ ਰਾਏ ਬੁਲਾਰ ਜੀ ਨੇ। ਸਾਦਰ ਸੋ ਨਿਜ ਭਰ ਕਰ ਕਨੀਆਂ। ਤੇ ਸਤਕਾਰ ਦੇ ਨਾਲ ਆਪਣੇ ਗਲ ਵਿੱਚ ਜੱਫੀ ਭਰ ਕਰਕੇ ਚੂਮਤ ਮਸਤਕ ਖੁਸ਼ੀ ਸੋ ਕਨੀਆਂ। ਬਹੁਤੀ ਘਣੀ ਜਿਆਦੀ ਖੁਸ਼ੀ ਦੇ ਨਾਲ ਸ੍ਰੀ ਗੁਰੂ ਜੀ ਦਾ ਮਸਤਕ ਚੁੰਮਿਆ। ਧੰਨ ਰਾਏ ਬੁਲਾਰ ਜੀ ਜਿਨ੍ਹਾਂ ਨੂੰ ਸ੍ਰੀ ਗੁਰੂ ਜੀ ਦੇ ਸਪਰਸ਼ ਨਾਲ ਸੁਖ ਮਿਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੰਨਾ ਪਿਆਰ ਕੀਤਾ ਰਾਏ ਬੁਲਾਰ ਜੀ ਨੇ ਕਿ ਘੋੜੇ ਤੋਂ ਉਤਰ ਕਰਕੇ ਸ੍ਰੀ ਗੁਰੂ ਜੀ ਨੂੰ ਆਪਣੀ ਜੱਫੀ ਵਿੱਚ ਭਰ ਲਿਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ
ਇਉਂ ਪਿਆਰ ਕਰਦਿਆਂ ਹੋਇਆ ਮਸਤਕ ਚੁੰਮਣਾ ਕੀਤਾ। ਭਾ ਅਧੀਨ ਮਨ ਕਰ ਬਹੁ ਭਾਊ। ਤੇ ਮਨ ਜਿਹੜਾ ਸੀ ਨਾ ਪ੍ਰੇਮ ਦੇ ਵਸੀਕਾਰ ਹੋ ਗਿਆ ਰਾਏ ਬੁਲਾਰ ਜੀ ਦਾ, ਬਹੁਤ ਸੱਚੇ ਪਾਤਸ਼ਾਹ ਜੀ ਨਾਲ ਪਿਆਰ ਕੀਤਾ। ਜਾਣਿਓ ਇਹ ਅਵਤਾਰ ਪ੍ਰਭਾਉ। ਜਾਣ ਲਿਆ ਰਾਏ ਬੁਲਾਰ ਜੀ ਨੇ ਕਿ ਇਹ ਤਾਂ ਅਵਤਾਰਾਂ ਵਰਗਾ ਇਹਨਾਂ ਦਾ ਪ੍ਰਭਾਵ ਹੈ, ਇਹ ਕੋਈ ਸਧਾਰਨ ਨਹੀਂ ਹਨ, ਅਵਤਾਰ ਹਨ। ਬਹੁਰ ਨਾ ਮਨ ਕਬ ਕੀਨ ਡੁਲਾਉ। ਬੌਰੋ ਕਦੇ ਵੀ ਰਾਏ ਬੁਲਾਰ ਜੀ ਨੇ ਇਸ ਘਟਨਾ ਤੋਂ ਬਾਅਦ ਸ੍ਰੀ ਗੁਰੂ ਜੀ ਤੋਂ ਆਪਣਾ ਮਨ ਨਹੀਂ ਡੁਲਾਇਆ। ਸੱਚੇ ਪਾਤਸ਼ਾਹ ਨੂੰ ਪ੍ਰਤੱਖ ਅੱਲਾਹ ਦਾ ਸਰੂਪ ਸਮਝਿਆ ਰਾਏ ਬੁਲਾਰ ਜੀ ਨੇ, ਕਦੇ ਆਪਣਾ ਮਨ ਨਹੀਂ ਡੁਲਾਇਆ। ਥਿਰ ਕਰ ਸ਼ਰਧਾ ਤਾਂ ਦਿਨ ਰਾਉ। ਤਾਂ ਦਿਨ ਤਿਸ ਦਿਨ ਤੋਂ ਰਾਏ ਬੁਲਾਰ ਜੀ ਨੇ ਮਹਾਰਾਜ ਦੇ ਚਰਨਾਂ ਦੇ ਉੱਪਰ ਸ਼ਰਧਾ ਧਾਰਨ ਕਰ ਲਈ। ਪਰਮੇਸ਼ਰ ਸਮ ਜਾਣ ਸੋ ਜਾਨਾ। ਤੇ ਇਹ ਸਤਿਗੁਰਾਂ ਜੀ ਨੂੰ ਅੰਤਰਜਾਮੀ ਜਾਣਿਆ, ਪਰਮੇਸ਼ਰ ਦੇ ਸੁਦਰਸ਼ ਰਾਏ ਬੁਲਾਰ ਜੀ ਨੇ ਜਾਣ ਲਿਆ ਗੁਰੂ ਨਾਨਕ ਸਾਹਿਬ ਜੀ ਨੂੰ। ਮਨ ਕਰ ਬੰਦੇ ਹੈ ਪਦ ਰਾਜਾਨਾ। ਰਾਜੇ ਨੇ ਭਾਵ ਰਾਏ ਬੁਲਾਰ ਜੀ ਨੇ ਮਨ ਕਰਕੇ ਸ੍ਰੀ ਗੁਰੂ ਜੀ ਦੇ ਚਰਨਾਂ ਦੇ ਉੱਤੇ ਬੰਦਨਾ ਕੀਤੀ, ਮਨ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਮੁਰੀਦ ਹੋ ਗਏ ਰਾਏ ਬੁਲਾਰ ਜੀ। ਰੁਕਿਓ ਕੰਠ ਪਰ ਪੂਰਨ ਪ੍ਰੇਮਾ। ਤੇ ਜਦੋਂ ਮਹਾਰਾਜ ਜੀ ਨੂੰ ਗਲਵੱਕੜੀ ਵਿੱਚ ਲਿਆ ਨਾ, ਸ੍ਰੀ ਗੁਰੂ ਜੀ ਦੇ ਸਰੀਰ ਨੂੰ ਸਪਰਸ਼ ਕਰਨਾ ਕਿਹੜੀ ਛੋਟੀ ਬਾਤ ਸੀ। ਇੰਨਾ ਪਿਆਰ ਉਮ ਗਿਆ ਰਾਏ ਬੁਲਾਰ ਜੀ ਦੇ ਮਨ ਦੇ ਅੰਦਰ, ਬੋਲਣਾ ਚਾਹੁੰਦੇ ਆ ਪਰ ਕੰਠ ਰੁਕ ਗਿਆ ਰਾਏ ਬੁਲਾਰ ਜੀ ਦਾ, ਬੋਲਿਆ ਨਹੀਂ ਗਿਆ, ਕੋਈ ਬਚਨ ਹੀ ਨਹੀਂ ਉਹਨਾਂ ਕੋਲ ਕਰਨ ਦੀ ਸਮਰੱਥਾ ਰਹੀ। ਇਸ ਪ੍ਰਕਾਰ ਕਹਿੰਦੇ ਹਨ ਕਵਿਰਾਜ, ਰੁਕਿਓ ਕੰਠ ਪਰ ਪੂਰਨ ਪ੍ਰੇਮਾ। ਪੂਰਨ ਪ੍ਰੇਮ ਦੇ ਅੰਦਰ ਇੰਨਾ ਹਿਰਦਾ ਪਰਿਪੂਰਨ ਹੋ ਗਿਆ, ਭਰ ਗਿਆ ਕਿ ਕੰਠ ਰੁਕ ਗਿਆ, ਰਾਏ ਬੁਲਾਰ ਜੀ ਕੋਲੋਂ ਬੋਲਿਆ ਨਹੀਂ ਗਿਆ। ਬੋਲ ਨਾ ਸਕਿਓ ਉਚਿਤ ਭਾਖੀਮਾ। ਤੇ ਇਉਂ ਆਪਣੇ ਮੁਕਤੀ ਵਾਸਤੇ, ਆਪਣੀ ਕਲਿਆਣ ਵਾਸਤੇ ਰਾਏ ਬੁਲਾਰ ਜੀ ਤੇ ਸਮੇਂ ਬੋਲ ਨਾ ਪਾਏ। ਚਾਹੁੰਦੇ ਤੇ ਸੀਗੇ ਕਿ ਮੈਂ ਵੀ ਮਹਾਰਾਜ ਤੋਂ ਆਪਣੀ ਕਲਿਆਣ ਕਰਵਾ ਲਵਾਂ, ਪਰ ਉਸ ਸਮੇਂ ਕੰਠੀ ਰੁਕ ਗਿਆ ਤੇ ਬੋਲ ਨਾ ਸਕੇ ਰਾਏ ਬੁਲਾਰ ਜੀ। ਗਾ ਤੁਰੰਗ ਚੜ ਪੁਲਕਤ ਅੰਗਾ। ਤੇ ਤੂੰ ਘੋੜੇ ਤੇ ਚੜ ਕੇ ਚੱਲ ਪਏ, ਪਰ ਅਵਸਥਾ ਇਉਂ ਹੈ ਸਰੀਰ ਦੀ, ਸਾਰੇ ਅੰਗ ਜਿਹੜੇ ਆ ਨਾ ਉਹ ਖੁਸ਼ੀ ਨਾਲ ਖਿੜ ਗਏ ਆ। ਸਰੀਰ ਦੇ ਸਾਰੇ ਦੇ ਰੋਮ ਪੁਲਕਾਤ ਅਵਸਥਾ ਭਾਵ ਰੋਮ ਵੀ ਖੜੇ ਹੋ ਗਏ, ਇੰਨੀ ਪ੍ਰਸੰਨਤਾ ਹੋਈ, ਇੰਨਾ ਆਨੰਦ ਆਇਆ, ਇੰਨਾ ਸੁਖ ਹੋਇਆ ਸ੍ਰੀ ਗੁਰੂ ਜੀ ਨੂੰ ਪਰਸਣੇ ਕਰਕੇ। ਬੈਠਿਓ ਸਦਨੇ ਸੰਗ ਉਮੰਗਾ। ਘਰ ਵਿੱਚ ਬੈਠੇ ਫਿਰ ਰਾਏ ਬੁਲਾਰ ਜੀ ਸਹਿਤ ਖੁਸ਼ੀ ਦੇ ਨਾਲ ਹਿਰਦੇ ਮਨੋਰਥ ਸਾਰ ਵਿਚਾਰੈ। ਤੇ ਇਉਂ ਹਿਰਦੇ ਦੇ ਅੰਦਰ ਮਨੋਰਥ ਇੱਛਾ ਕਰਦੇ ਐ ਤੇ ਉਹ ਸਾਰੀ ਫਿਰ ਗੱਲ ਨੂੰ ਵਿਚਾਰਦੇ ਹਨ। ਫਿਰ ਪੜੋ, ਹਿਰਦੇ ਮਨੋਰਥ ਸਾਰ ਵਿਚਾਰੈ। ਉਹ ਸਾਰ ਭਾਵ ਜਿਹੜਾ ਸ਼੍ਰੇਸ਼ਟ ਇਹ ਹੋਈ ਆ ਨਾ ਘਟਨਾ, ਇਸ ਨੂੰ ਵਿਚਾਰ ਕਰਦੇ ਆ ਕਿ ਬੜਾ ਹੀ ਇਹ ਅਦਭੁਤ ਜਿਹਾ ਹੀ ਸਾਰਾ ਵਰਤਾਰਾ ਵਰਤਿਆ ਏ। ਇਹ ਮਮ ਭਵ ਬੰਧਨ ਨਿਰਵਾਰੈ। ਇਹ ਜਿਹੜੇ ਭਾਵ ਗੁਰੂ ਨਾਨਕ ਸਾਹਿਬ ਜੀ ਮੇਰੇ ਸੰਸਾਰ ਦੇ ਪਏ ਹੋਏ ਬੰਧਨਾਂ ਨੂੰ ਤੋੜ ਦੇਣਗੇ। ਹੋਏ ਤਰਨ ਜਬ ਤਜ ਲਰਕਾਈ। ਜਦੋਂ ਇਹ ਜਵਾਨ ਹੋਣਗੇ, ਜਿਹੜਾ ਹੈ ਲੜਕਾ ਆਪਣਾ ਭਾਵ ਬਚਪਨ ਨੂੰ ਛੱਡ ਕਰਕੇ ਜਦੋਂ ਜਵਾਨੀ ਵਿੱਚ ਆ ਜਾਣਗੇ, ਕਰਿਓ ਤਬ ਮੈਂ ਬਿਨੈ ਵਡਾਈ। ਉਦੋਂ ਮੈਂ ਬੇਨਤੀ ਕਰਾਂਗਾ, ਮਹਾਰਾਜ ਜੀ ਦੀ ਵਡਿਆਈ ਕਰਾਂਗਾ। ਜੋਗਨ ਕੋ ਦੁਰਲਭ ਹੈ ਜੋ। ਜਿਹੜਾ ਜੋਗੀਆਂ ਵਾਸਤੇ ਦੁਰਲਭ ਹੈ, ਜਿਨ੍ਹਾਂ ਦਾ ਦਰਸ਼ਨ। ਦੇਹ ਪਰਮ ਪਦ ਮੁਝ ਕੋ ਸੋ। ਇਹ ਮੈਨੂੰ ਪਰਮ ਪਦਵੀ ਦੇ ਦੇਣਗੇ, ਜਿਹੜੀ ਪਰਮ ਪਦਵੀ ਜਿਹੜੀ ਜੋਗੀਆਂ ਵਾਸਤੇ ਦੁਰਲਭ ਹੈ। ਇਹ ਰਾਏ ਜੀ ਨੇ ਇੱਛਾ ਕੀਤੀ ਹੈ ਤੇ ਇਸੇ ਹੀ ਗ੍ਰੰਥ ਵਿੱਚ ਇਹ ਕਥਾ ਆਉਣੀ ਹੈ। ਜਦੋਂ ਰਾਏ ਬੁਲਾਰ ਜੀ ਨੇ ਜਿਹੜਾ ਹੈ ਸਰੀਰ ਦੇ ਤਿਆਗਣ ਦਾ ਸਮਾਂ ਆਉਣਾ ਹੈ, ਸ੍ਰੀ ਗੁਰੂ ਜੀ ਨੂੰ ਬੇਨਤੀ ਘੱਲਣੀ ਹੈ ਤੇ ਰਾਏ ਬੁਲਾਰ ਜੀ ਨੂੰ ਦਰਸ਼ਨ ਦੇਣ ਵਾਸਤੇ ਮਹਾਰਾਜ ਨੇ ਰਾਏ ਭੋਜ ਦੀ ਤਲਵੰਡੀ ਵਿੱਚ ਆਉਣਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚੌਂ ਦਿਸ਼ਾਵਾਂ ਵਿੱਚ ਡੰਕੇ ਵੱਜਦੇ ਸੀਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਸੀ ਕੀ ਬਗਦਾਦ ਕੀ ਮੱਕਾ ਸਭ ਝੁਕਾਤਾ ਸੀ। ਇੰਨੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਜੈ ਜੈਕਾਰ ਹੋਈ ਸੀ। ਉਦੋਂ ਰਾਏ ਬੁਲਾਰ ਜੀ ਨੇ ਬੁਲਾਉਣਾ ਸੱਚੇ ਪਾਤਸ਼ਾਹ ਨੂੰ ਤੇ ਮਹਾਰਾਜ ਅੰਤ ਦੇ ਸਮੇਂ ਰਾਏ ਬੁਲਾਰ ਜੀ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਨਿਜ ਸਰੂਪ ਨੂੰ ਜਿਹੜਾ ਹੈ ਉਹਨਾਂ ਨੂੰ ਜਨਾਉਣਾ ਹੈ, ਗਿਆਨ ਬਖਸ਼ਿਸ਼ ਕਰਨਾ ਹੈ। ਰਾਏ ਬੁਲਾਰ ਜੀ ਇਉਂ ਸੋਚਦੇ, ਆਪਣੇ ਮਨ ਦੇ ਅੰਦਰ ਖਿਆਲ ਕਰਦੇ ਹਨ ਕਿ ਜਿਹੜੀ ਅਵਸਥਾ ਜੋਗੀਆਂ ਨੂੰ ਦੁਰਲੱਭ ਹੈ ਤੇ ਉਹ ਮੈਨੂੰ ਪ੍ਰਾਪਤ ਹੋ ਜਾਵੇਗੀ ਸ੍ਰੀ ਗੁਰੂ ਜੀ ਕੋਲੋਂ ਜਦੋਂ ਮੈਂ ਮੰਗਾਂਗਾ ਹੱਥ ਜੋੜ ਕਰਕੇ। ਪੂਰਬ ਭਾਗ ਜਗਿਓ ਵੱਡ ਮੇਰਾ। ਇਹ ਕੋਈ ਪੂਰਬਲਾ ਕਰਮ ਹੈ,
ਰਾਏ ਬੁਲਾਰ ਜੀ ਸੋਚਦੇ ਆ ਮੇਰਾ ਵੱਡਾ ਹੀ ਭਾਗ ਜਾਗ ਪਿਆ ਹੈ ਕਿ ਮੇਰੇ ਦੇਸ਼ ਵਿੱਚ ਇਹਨਾਂ ਨੇ ਅਵਤਾਰ ਧਾਰਿਆ ਹੈ, ਮੇਰੇ ਵੱਡੇ ਹੀ ਭਾਗ ਜਾਗ ਪਏ ਨੇ। ਟਿਗ ਖੁਦਾਏ ਤਨ ਧਾਰ ਬਸੇਰਾ, ਤੇ ਖੁਦਾ ਨੇ ਆਪਣਾ ਤਨ ਧਾਰ ਕਰਕੇ ਮੇਰੇ ਕੋਲ ਹੀ ਮੇਰੇ ਦੇਸ਼ ਵਿੱਚ ਵਾਸਾ ਕੀਤਾ ਹੈ। ਇਹ ਤਾਂ ਰਾਏ ਬੁਲਾਰ ਤੇਰੇ ਵੱਡੇ ਹੀ ਭਾਗ ਹਨ। ਆਪਣੇ ਆਪ ਨੂੰ ਇਉਂ ਰਾਏ ਬੁਲਾਰ ਜੀ ਬੜਾ ਹੀ ਜਿਹੜਾ ਹੈ ਨਾ ਉਹ ਵੱਡਿਆਂ ਭਾਗਾਂ ਵਾਲਾ ਸਮਝ ਰਹੇ ਆ। ਬੋਲਨ ਮਿਲਨੇ ਕੋ ਫਲ ਜਾਸੂ, ਕਹਿੰਦੇ ਜਿਨ੍ਹਾਂ ਨਾਲ ਬੋਲਣ ਵਾਸਤੇ, ਜਿਨ੍ਹਾਂ ਨਾਲ ਮਿਲਣ ਵਾਸਤੇ ਬੜਾ ਭਾਰੀ ਫਲ ਹੈ, ਜਿਨ੍ਹਾਂ ਦੇ ਨਾਲ ਬਚਨ ਕਰਨ ਦਾ ਹੀ ਕੋਈ ਜਿਹੜਾ ਹੈ ਨਾ ਕੋਈ ਮੁੱਲ ਨਹੀਂ ਕਿਹਾ ਜਾ ਸਕਦਾ। ਤੇ ਰਾਏ ਬੁਲਾਰ ਜੀ ਇਸ ਗੱਲ ਨੂੰ ਜਾਣ ਗਏ ਐ। ਠੀਕ ਸੱਚੇ ਪਾਤਸ਼ਾਹ ਜੀ ਨਾਲ ਬਚਨ ਕਰਨ ਦਾ ਕੀ ਮੁੱਲ ਦਿੱਤਾ ਜਾ ਸਕਦਾ? ਸ੍ਰੀ ਗੁਰੂ ਜੀ ਦੇ ਦਰਸ਼ਨਾਂ ਦਾ ਕੀ ਕੋਈ ਮੁੱਲ ਤਾਰ ਸਕਦਾ? ਮੁੱਢਮੁੱਲੇ ਹਨ ਮਹਾਰਾਜ ਦੇ ਦਰਸ਼ਨ ਦੁਰਲੱਭ ਨੇ। ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕਰਨੇ ਤੇ ਹਜੂਰ ਦਾ ਬਚਨ ਸੁਣਨਾ ਇਹ ਤਾਂ ਦੁਰਲੱਭ ਹੈ ਸਭ ਕੁਝ। ਇਉਂ ਰਾਏ ਬੁਲਾਰ ਜੀ ਜਾਣ ਗਏ ਆ। ਵੇਦ ਕਤੇਬ ਨਾ ਕਹਿ ਸਕ ਤਾਸੂ, ਕਹਿੰਦੇ ਵੇਦ ਵੀ ਚਾਰ ਤੇ ਕਿਤਾਬਾਂ ਜਿਹੜੀਆਂ ਹਨ ਉਹ ਵੀ ਨਹੀਂ ਕਹਿ ਸਕਦੀਆਂ ਇਸ ਫਲ ਨੂੰ, ਜੋ ਨਿਰੰਕਾਰ ਦੇ ਨਾਲ ਖੁਦਾ ਦੇ ਨਾਲ ਗੱਲਾਂ ਕਰਨੀਆਂ, ਖੁਦਾ ਦੇ ਸਰਗੁਣ ਰੂਪ ਦਾ ਦਰਸ਼ਨ ਕਰਨਾ, ਇਹ ਤਾਂ ਕੁਰਾਨ ਵੀ ਨਹੀਂ ਕਹਿ ਸਕਦੀ, ਚਾਰ ਕਿਤਾਬਾਂ ਨਹੀਂ ਕਹਿ ਸਕਦੀਆਂ, ਚਾਰ ਵੇਦ ਨਹੀਂ ਦੱਸ ਸਕਦੇ। ਪ੍ਰਿਤ ਭੇਜ ਕਾਲੂ ਬੁਲਵਾਇਓ, ਬਹੁਤ ਸ਼ਰਧਾ ਦੇ ਨਾਲ ਨਾ ਰਾਏ ਬੁਲਾਰ ਜੀ ਨੇ ਆਪਣਾ ਇੱਕ ਨੌਕਰ ਭੇਜ ਕਰਕੇ ਬਾਬਾ ਕਾਲੂ ਜੀ ਨੂੰ ਬੁਲਾਉਣਾ ਕੀਤਾ। ਕਰ ਆਦਰ ਨਿਜ ਨਿਕਟ ਬਿਠਾਇਓ, ਤੇ ਬੜਾ ਆਦਰ ਕਰਕੇ ਆਪਣੇ ਕੋਲ ਬਿਠਾਉਣਾ ਕੀਤਾ। ਨਿਜ ਸੁਤ ਕੋ ਸੁਤ ਜਾਨੋ ਨਾਹੀ, ਕਿਹਾ ਕਿ ਕਾਲੂ ਜੀ ਆਪਣੇ ਪੁੱਤਰ ਨੂੰ ਕੇਵਲ ਪੁੱਤਰ ਹੀ ਨਾ ਜਾਣਨਾ ਕਰਿਓ। ਪਾ ਅਵਤਾਰ ਤੋਹੇ ਕਰ ਮਾਹੀ, ਤੁਹਾਡੇ ਘਰ ਦੇ ਅੰਦਰ ਖੁਦਾ ਦਾ ਅਵਤਾਰ ਹੋਇਆ ਹੈ, ਅੱਲਾ ਦਾ ਅਵਤਾਰ ਹੋਇਆ ਹੈ। ਇਹ ਤੁਹਾਡੇ ਘਰ ਦੇ ਅੰਦਰ ਕੇਵਲ ਇਹ ਨਾ ਸਮਝਿਓ ਕਿ ਤੁਹਾਡਾ ਪੁੱਤਰ ਵੈ ਸਰੀਰ ਕਰਕੇ, ਇਹ ਤਾਂ ਖੁਦ ਆਪ ਅੱਲਾ ਹਨ। ਜਾਗਿਓ ਗਰਵ ਭਾਗ ਜਗ ਤੇਰੋ, ਜਗਤ ਦੇ ਅੰਦਰ ਤੁਹਾਡੇ ਗੌਰਵ ਜਿਹੜੇ ਹਨ ਵੱਡੇ ਭਾਗ ਜਾਗੇ ਆ, ਬੜੇ ਵੱਡਾ ਤੁਹਾਡਾ ਜਿਹੜਾ ਨਾ ਉਹ ਭਾਗ ਜਾਗ ਪਿਆ ਏ। ਤਬ ਸੰਸਰ ਕੋ ਔਰ ਨਾ ਹੀਰੋ, ਬਾਬਾ ਕਾਲੂ ਜੀ ਮੈਂ ਤਾਂ ਤੁਹਾਡੇ ਬਰਾਬਰ ਕਿਸੇ ਹੋਰ ਨੂੰ ਨਹੀਂ ਵੇਖਦਾ ਹਾਂ। ਅਸਨ ਬਸਨ ਸਾਦਰ ਸੋ ਦੀਜੈ, ਤੇ ਬਹੁਤ ਸਤਿਕਾਰ ਨਾਲ ਉਹਨਾਂ ਨੂੰ ਭੋਜਨ ਛਕਣ ਵਾਸਤੇ ਦੇਣਾ ਹੈ, ਬਹੁਤ ਸਤਿਕਾਰ ਨਾਲ ਵਸਤਰ ਪਹਿਨਣ ਨੂੰ ਦੇਣੇ ਹਨ। ਅਬ ਹੇਲਨ ਨਹਿ ਤਿਨ ਕੋ ਕੀਜੈ, ਤੇ ਕਦੇ ਵੀ ਉਹਨਾਂ ਦੀ ਨਰਾਦਰੀ ਨਹੀਂ ਕਰਨੀ, ਉਹਨਾਂ ਦਾ ਬਚਨ ਨਹੀਂ ਮੋੜਨਾ, ਕਦੇ ਕੋਈ ਇਹੋ ਜਿਹਾ ਬੋਲ ਨਹੀਂ ਕਹਿਣਾ ਜਿਨ੍ਹਾਂ ਨਾਲ ਉਹਨਾਂ ਦਾ ਦਿਲ ਦੁਖ ਜਾਵੇ। ਤਾਤ ਜਾਨ ਦੁਰਬਚਨ ਨਾ ਭਾਖੋ, ਤੇ ਆਪਣਾ ਪੁੱਤਰ ਜਾਣ ਕਰਕੇ ਜਿਹੜਾ ਦੁਰਬਚਨ ਖੋਟਾ ਬਚਨ ਹੈ ਨਾ ਉਹ ਨਾ ਕਦੇ ਆਪਣੇ ਮੁਖ ਤੋਂ ਉਹਨਾਂ ਨੂੰ ਕਹਿਣਾ ਕਰਿਓ। ਪਰਮੇਸ਼ਰ ਸਮ ਸ਼ਰਧਾ ਰਾਖੋ, ਤੇ ਪਰਮੇਸ਼ਰ ਦੇ ਸਮਾਨ ਸ਼ਰਧਾ ਜਿਹੜੀ ਆ ਉਹਨਾਂ ਦੇ ਉੱਪਰ ਰੱਖਣਾ ਕਰੋ। ਪੁਨ ਬੁਲਾਰ ਕਾਲੂ ਕੇ ਸਾਥਾ, ਤੇ ਫਿਰ ਇਸ ਪ੍ਰਕਾਰ ਰਾਏ ਬੁਲਾਰ ਜੀ ਬਾਬਾ ਕਾਲੂ ਜੀ ਦੇ ਨਾਲ ਕਹੀ ਸਰਪ ਕੀ ਸਭ ਵਿਦ ਗਾਥਾ, ਜਿਹੜੀ ਉਹ ਸੱਪ ਦੀ ਕਥਾ ਸੀ ਨਾ ਜੋ ਵੇਖਿਆ ਸੀ ਰਾਏ ਬੁਲਾਰ ਜੀ ਨੇ, ਉਹ ਬਾਬਾ ਕਾਲੂ ਜੀ ਦੇ ਤਾਈਂ ਫਿਰ ਸਾਰੀ ਗੱਲ ਦੱਸੀ ਕਿ ਕਿਵੇਂ ਸੱਪ ਨੇ ਇਹਨਾਂ ਦੇ ਉੱਪਰ ਛਾਂ ਕੀਤੀ ਹੋਈ ਸੀ ਆਪਣਾ ਫਨ ਖਿਲਾਰ ਕਰਕੇ। ਆਤਪ ਤਪਤ ਹੈ ਤੇ ਕੀ ਛਾਇਆ, ਧੁੱਪ ਦੀ ਸੇਕ ਕਰਕੇ ਜਿਹੜੀ ਸੀ ਸੱਪ ਨੇ ਛਾਂ ਕਰ ਦਿੱਤੀ ਸੀ ਕਿ ਧੁੱਪ ਦਾ ਸੇਕ ਨਾ ਪਵੇ। ਹਮਹਿ ਹੇਰ ਨਿਜ ਦੇਹ ਦੁਰਾਇਆ, ਤੇ ਸਾਨੂੰ ਵੇਖ ਕਰਕੇ ਸੱਪ ਨੇ ਆਪਣਾ ਸਰੀਰ ਜਿਹੜਾ ਸੀ ਉਹ ਆਪਣੀ ਦੇਹ ਅਲੋਪ ਕਰ ਲਈ। ਸੁਨ ਕਰ ਕਾਲੂ ਕਹਿਤ ਭਲਾਜੂ, ਤੇ ਸੁਣ ਕਰਕੇ ਬਾਬਾ ਕਾਲੂ ਜੀ ਕਹਿੰਦੇ ਭਲਾ ਜੀ ਚੰਗਾ ਹੈ, ਇਸ ਤਰ੍ਹਾਂ ਕਹਿੰਦੇ ਹਨ। ਹੋਏ ਤਾਂ ਜਾਨੀ ਜਾਏ ਕਲਾਜੂ, ਕਹਿੰਦੇ ਹੋਏਗੀ ਜੇ ਸ਼ਕਤੀ ਤਾਂ ਜਾਣੀ ਜਾਏਗੀ ਰਾਏ ਬੁਲਾਰ ਜੀ। ਅਸ ਕਹਿ ਗਇਓ ਅਸ਼ਰਦਾ ਧਾਰੀ, ਇਸ ਤਰ੍ਹਾਂ ਕਹਿ ਕੇ ਚਲੇ ਗਏ। ਮਨ ਦੇ ਅੰਦਰ ਸ਼ਰਧਾ ਨਹੀਂ ਹੈ, ਅਸ਼ਰਧਾ ਧਾਰੀ ਹੋਈ ਹੈ ਮਨ ਦੇ ਅੰਦਰ। ਮਾਇਆ ਮੋਹ ਪ੍ਰਬਲ ਜਿਹ ਭਾਰੀ, ਜਿਨ੍ਹਾਂ ਨੂੰ ਮਾਇਆ ਦਾ ਮੋਹ ਬਹੁਤ ਜ਼ਿਆਦਾ ਪ੍ਰਬਲ ਹੈ। ਇਸ ਪ੍ਰਕਾਰ ਮਹਾਰਾਜ ਦੇ ਪਿਤਾ ਜੀ ਬਾਬਾ ਕਾਲੂ ਜੀ ਨਹੀਂ ਇਸ ਗੱਲ ਦੀ ਮਹਿਮਾ ਨੂੰ ਜਾਣੇ ਹਨ। ਤਿਉ ਸੋ ਕਰੇ ਜਿਉ ਪ੍ਰਰਯੰਤਾ, ਤੇ ਮਾਇਆ ਤਾਂ ਉਵੇਂ ਹੀ ਕਰਦੀ ਹੈ ਨਾ ਜਿਵੇਂ ਮਾਲਕ ਪ੍ਰੇਰਦਾ ਹੈ ਮਾਇਆ ਨੂੰ। ਜਿਉ ਜੰਤੀ ਵਸ ਵਾਜਿਹ ਜਨਤਾ, ਤੇ ਜਿਹੜਾ ਵਾਜਾ ਹੁੰਦਾ ਤੇ ਵਜੰਤਰੀ ਦੇ ਵਸ ਹੁੰਦਾ ਨਾ, ਤੇ ਆਪਣੇ ਆਪ ਨਹੀਂ ਨਾ ਵੱਜ ਸਕਦਾ। ਜਿਵੇਂ ਵਾਜੇ ਨੂੰ ਵਜਾਉਣ ਵਾਲਾ ਵਜਾਉਂਦਾ ਉਵੇਂ ਵਾਜਾ ਵੱਜਦਾ ਏ। ਦਾਰ ਨਾਰ ਕੋ ਕਿਆ ਗੁਣ ਦੋਸੂ, ਤੇ ਇਸ ਪ੍ਰਕਾਰ ਜਿਹੜਾ ਹੁਣ
ਇਹ ਜਿਹੜੀ ਉਹ ਕਠਪੁਤਲੀ ਹੁੰਦੀ ਹੈ ਉਹਦਾ ਕੀ ਦੋਸ਼ ਹੁੰਦਾ ਏ ਤਿਹ ਪਰ ਕਿਆ ਪ੍ਰਸਾਦ ਕਿਆ ਤੇ ਰੋਸੂ। ਉਹਦੇ ਉੱਤੇ ਕੀ ਰੋਸ ਤੇ ਕੀ ਖੁਸ਼ੀ ਹੈ ਉਹ ਜਿਹੜੀ ਕਠਪੁਤਲੀ ਹੁੰਦੀ ਹੈ। ਸ੍ਰੀ ਨਾਨਕ ਅਨੁਸਾਰੀ ਮਾਇਆ ਜਿਹੜੀ ਮਾਇਆ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦਾਸੀ ਹੈ, ਅਨੁਸਾਰੀ ਹੈ, ਸੱਚੇ ਪਾਤਸ਼ਾਹ ਦੀ ਆਗਿਆ ਵਿੱਚ ਹੈ। ਜਸ ਇੱਛਾ ਕਰਹੀ ਤਸ ਛਾਇਆ। ਜਿਸ ਤਰ੍ਹਾਂ ਇੱਛਾ ਕਰਦੇ ਆ ਹਜੂਰ, ਮਾਇਆ ਉਸ ਤਰ੍ਹਾਂ ਦਾ ਪਰਦਾ ਪਾ ਦਿੰਦੀ ਹੈ, ਉਸ ਤਰ੍ਹਾਂ ਦਾ ਹੀ ਜਿਹੜੀ ਛਾਇਆ ਹੈ ਨਾ ਇਸ ਦੀ ਉਹ ਜਿਹੜੀ ਹੈ ਪਰਛਾਈ ਉਹ ਪੈ ਜਾਂਦੀ ਹੈ। ਹਰਮ ਆਏ ਔਰ ਹਰਖ ਸਮੇਤੂ। ਬਹੁਤ ਖੁਸ਼ੀ ਨਾਲ ਸੱਚੇ ਪਾਤਸ਼ਾਹ ਜੀ ਘਰ ਨੂੰ ਆ ਗਏ ਗਰੀਬ ਨਵਾਜ। ਕਰਹਿ ਹੇਤ ਬੇਦੀ ਕੁਲ ਕੇਤੂ। ਤੋ ਬੇਦੀਆਂ ਦੇ ਕੁਲ ਦੇ ਨਿਸ਼ਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਹਜੂਰ ਦੇ ਨਾਲ ਮਾਤਾ ਜੀ ਬੜਾ ਪ੍ਰੇਮ ਕਰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਘਰ ਆਏ ਐ। ਇਹ ਸਰਪ ਦੇ ਛਾਂ ਕਰਨ ਦੀ ਸਾਖੀ ਜਿਹੜੀ ਹੈ ਕਵਿਰਾਜ ਜੀ ਨੇ ਦੱਸੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸੇਵਾ ਕਰਦਿਆਂ ਹੋਇਆਂ ਸ਼ੇਸ਼ ਨਾਗ ਨੂੰ ਵੇਖ ਕੇ ਰਾਏ ਬੁਲਾਰ ਜੀ ਸਤਿਗੁਰਾਂ ਜੀ ਦੇ ਮੁਰੀਦ ਹੋ ਗਏ। ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਪਰਸਿਆ, ਗਦ ਹੋ ਗਏ ਸੱਚੇ ਪਾਤਸ਼ਾਹ ਜੀ ਨੂੰ ਪਰਸ ਕਰਕੇ ਹੀ। ਇਉਂ ਜਾਣ ਲਿਆ ਰਾਏ ਬੁਲਾਰ ਜੀ ਨੇ ਕਿ ਇਹ ਖੁਦ ਖੁਦਾ ਹਨ, ਆਪ ਨਿਰੰਕਾਰ ਨੇ, ਪਰਮੇਸ਼ਰ ਨੇ, ਅੱਲਾ ਨੇ ਅਵਤਾਰ ਧਾਰਿਆ ਮੇਰੇ ਰਾਜ ਭਾਗ ਦੇ ਅੰਦਰ। ਮੇਰੇ ਵੱਡੇ ਭਾਗ ਹਨ ਇਹਨਾਂ ਦੇ ਦਰਸ਼ਨ ਪਾ ਕੇ। ਇਹਨਾਂ ਦੇ ਕੋਲੋਂ ਮੈਂ ਆਪਣੇ ਸੰਸਾਰ ਦੇ ਬੰਧਨ ਜਿਹੜੇ ਆ ਉਹ ਕਟਵਾਵਾਂਗਾ, ਮੁਕਤ ਹੋ ਜਾਵਾਂਗਾ। ਇਹ ਰਾਏ ਬੁਲਾਰ ਜੀ ਨੇ ਇੱਛਾ ਕੀਤੀ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਹਰਮ ਆਏ ਔਰ ਹਰਖ ਸਮੇਤੂ। ਕਰਹਿ ਹੇਤ ਬੇਦੀ ਕੁਲ ਕੇਤੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सरब मैं दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा बबेक। हे अपरंपर हर हरे, है पी होवन हार। हे संत है कै सदा संग, निदारा आधार। हे ठाकुर हूँ दासरो, मैं निर्गुण गुण नहीं कोय। नानक दीजा नाम दान, राखो हिय परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेम दे, गुर पार उतारन हार। कथा निता प्रत होत है, सुनो सो सिंह सो जान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा, वाहिगुरु जी की फतेह।